जो उपजियो सो बिनस है, परो आज कै काल। नानक हर गुण गाए ले, छाड़ सगल जंजाल। एक ओंकार सतनाम करता पुरख, निर्भव निर्वैर अकाल मूरत। अजूनी सैभं गुर प्रसाद। गौड़ी जिह मरनै सब जगत तरासिया, सो मरना गुर शब्द प्रगासिया। अब कैसे मरो, अब कैसे मरो, मरन मन मानिया। मर मर जाते जिन राम ना जानिया। अब कैसे मरो, मरन मन मानिया। मर मर जाते जिन राम ना जानिया। रहा मरनो मरण कहे सब कोई, सहजे मरै अमर होए सोई। कहो कबीर मन भया आनंदा, गया भरमा रहया परमानंदा। कहो कबीर मन भया आनंदा, गया भरमा रहया परमानंदा। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सतगुरु जी की गोद विच बैठ के माता विद्या कौर तिन्हां दे अंतम अरदास के संबंध विच रखे हुए गुरमत समागम की आपां सारे हाजरी भर रहे हाँ। सतगुरु जी की गोद विच बैठ के सतगुरु की पावन बाणी का कीर्तन मेरे तो पहला बहुत प्यार नाल आपां सारियां ने भाई साहब होणां दे जथे पासों सरवण कीता है। आओ जिस टिका नाल बैठ के आपां सतगुरु की पावन बाणी का कीर्तन सरवण कीता है, उसे टिका नूं बरकरार रखदे होए कुछ समा सतगुरु के पावन उपदेश, सतगुरु की पावन बाणी दियां विचारां नाल सुरत जोड़िए। भगत कबीर जी की रसना तो उचारण किया होया शब्द आपां सारियां ने बड़े प्यार नाल सरवण कीता है। ये पावन शब्द राग गौड़ी विच गुरु ग्रंथ साहब जी के पावन अंक 327 के उपर सुभाईमान है। इस पावन शब्द विच भगत कबीर जी ने मरण की गल की है, मौत की गल की है कि जिह मरना सब जगत तरासिया, सो मरना गुर शब्द प्रकाशिया। शब्द की विचार आरंभ करने तो पहला सारी संगत अगे बड़ी निमरता सहित बेनती है, अपने मोबाइल फोन साइलेंट मोड पर कर लीए। ਜਦੋਂ मोबाइल की रिंग गुरु की गोद में वजदी है तो साडा सारियां दा ध्यान उखड़दा है।
ਤੁਸੀਂ ਪੜ੍ਹੇ ਲਿਖੇ ਮੇਰੇ ਵੀਰ ਭਰਾ ਬਜ਼ੁਰਗ ਬੈਠੇ ਹੋ। ਅਸੀਂ ਸੰਸਾਰੀ ਤੌਰ ਤੇ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ ਤੇ ਉਹ ਕੋਸ਼ਿਸ਼ ਕਰਦੇ ਆ ਵੀ ਆਪਣਾ ਸੈੱਲ ਫੋਨ ਬਾਹਰ ਜਮ੍ਹਾਂ ਕਰਾ ਦਿਓ, ਜਾਣ ਲੱਗਿਆਂ ਲੈ ਜਿਓ। ਉਹ ਮਾੜਾ ਸਮਝਦੇ, ਅਪਮਾਨ ਸਮਝਦੇ ਆ ਕਿ ਸਾਡੇ ਅਫਸਰ ਦੇ ਸਾਹਮਣੇ ਤੁਹਾਡੇ ਮੋਬਾਈਲ ਦੀ ਰਿੰਗ ਵੱਜੇ ਦਾ ਅਰਥ ਤੁਸੀਂ ਸਾਡੇ ਅਫਸਰ ਦੇ ਸਮੇਂ ਦੀ ਕਦਰ ਨਹੀਂ ਕਰਦੇ। ਸਾਨੂੰ ਇਹ ਨਿਯਮ ਗੁਰੂ ਦੀ ਗੋਦ ਵਿੱਚ ਵੀ ਪਾਲਣਾ ਚਾਹੀਦਾ ਵੀ ਜਦੋਂ ਅਸੀਂ ਗੁਰੂ ਦੇ ਕੋਲ ਆਈਏ, ਜਦੋਂ ਜੋੜਾ ਉਤਾਰਦੇ ਆ, ਉਦੋਂ ਆਪਣੇ ਮੋਬਾਈਲ ਦੀ ਰਿੰਗ ਨੂੰ ਬੰਦ ਕਰ ਦਈਏ। ਇਹ ਮੈਂ ਕੱਲਾ ਇਸ ਗੁਰਦੁਆਰੇ ਸਾਹਿਬ ਦੀ ਗੱਲ ਨਹੀਂ ਕਰਦਾ। ਜਦੋਂ ਵੀ ਗੁਰੂ ਦਰਬਾਰ ਅੰਦਰ ਜਾਈਏ, ਪ੍ਰਬੰਧਕਾਂ ਨੂੰ ਲਿਖ ਕੇ ਲਾਉਣ ਦੀ ਲੋੜ ਹੀ ਨਾ ਪਵੇ। ਇਹ ਸਾਡਾ ਨੈਤਿਕਤਾ ਦੇ ਤੌਰ ਤੇ ਮੁੱਢਲਾ ਫਰਜ਼ ਬਣਦਾ ਅਸੂਲ। ਮੈਂ ਆਪਣੀ ਜ਼ਿੰਦਗੀ ਦਾ ਇੱਕ ਨੇਮ ਬਣਾਇਆ, ਜਦੋਂ ਮੈਂ ਜੋੜਾ ਉਤਾਰਦਾ, ਜੋੜਾ ਉਤਾਰਨ ਤੋਂ ਪਹਿਲਾਂ ਮੋਬਾਈਲ ਦੀ ਰਿੰਗ ਬੰਦ ਕਰਦਾ ਤੇ ਮੋਬਾਈਲ ਆਪਣੇ ਕੋਲ ਨਹੀਂ ਰੱਖਦਾ, ਭਾਵੇਂ 2 ਘੰਟੇ ਇੱਥੇ ਬਹਿ ਜਾਈਏ। ਜਦੋਂ ਇਹ ਚੀਜ਼ਾਂ ਨਹੀਂ ਸੀ ਹੈਗੀਆਂ, ਉਦੋਂ ਵੀ ਇਨਸਾਨ ਰੋਟੀ ਖਾਂਦਾ ਸੀ, ਜ਼ਿੰਦਗੀ ਜਿਉਂਦਾ ਸੀ। ਅੱਜ ਪ੍ਰੋਬਲਮ ਇਹ ਆ ਗਈ ਆ ਕਿ ਇਨਸਾਨ ਸੋਚਦਾ ਮੈਂ ਮੋਬਾਈਲ ਵਰਤ ਰਿਹਾ, ਪਰ ਕੰਮ ਉਲਟਾ ਹੈ, ਮੋਬਾਈਲ ਬੰਦੇ ਨੂੰ ਵਰਤ ਰਿਹਾ ਤੇ ਇਹੋ ਜਿਹਾ ਵਰਤ ਰਿਹਾ ਨਾ ਇਹਨੇ ਰੋਟੀ ਖਾਣ ਜੋਗਾ ਛੱਡਿਆ ਕਿਸੇ ਨੂੰ। ਰੋਟੀ ਖਾਂਦਿਆਂ ਵੀ ਤੇ ਆ ਰੋਡ ਐਕਸੀਡੈਂਟ, ਇਹਦੇ ਵਿੱਚੋਂ 10-15% ਕਾਰਨ ਸਾਰੇ ਬੋਲੋ ਮੋਬਾਈਲ ਹੈ। ਥਾਂ ਥਾਂ ਤੇ ਅਗਲਿਆਂ ਨੇ ਲਿਖ ਕੇ ਲਾਇਆ ਵੀ ਮੋਬਾਈਲ ਦੀ ਗੱਡੀ ਚਲਾਉਂਦਿਆਂ ਵਰਤੋਂ ਨਾ ਕਰੋ, ਪਰ ਉਹਦੇ ਬਾਵਜੂਦ ਵੀ ਤੁਸੀਂ ਵੇਖਿਆ ਹੋਵੇਗਾ ਡਰਾਈਵਰ ਗੱਡੀ ਚਲਾ ਰਿਹਾ ਤੇ ਨਾਲ ਉਹਦੇ ਕੰਨ ਨੂੰ ਮੋਬਾਈਲ ਲੱਗਾ। ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਵਿਦੇਸ਼ ਹੋਣੇ ਨੇ, ਪੁੱਛ ਕੇ ਵੇਖਿਓ, ਉੱਥੇ ਸਭ ਤੋਂ ਮਹਿੰਗੀ ਟਿਕਟ ਹੀ ਇਹਦੀ ਹੈ ਜਿਹੜਾ ਮੋਬਾਈਲ ਦੀ ਗੱਡੀ ਚਲਾਉਂਦਿਆਂ ਵਰਤੋਂ ਕਰਦਾ। ਉਹ ਕਹਿੰਦੇ ਜ਼ਿੰਦਗੀ ਬਹੁਤ ਕੀਮਤੀ ਹੈ, ਆਪਣੀ ਵੀ ਗਵਾਏਗਾ ਤੇ ਅਗਲੇ ਦੀ ਵੀ ਗਵਾਏਗਾ। ਅਸੀਂ ਇਹ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਰੋਜ਼ ਸਿੱਖਣਾ ਚਾਹੀਦਾ, ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਉਪਦੇਸ਼ ਲੈਣਾ ਚਾਹੀਦਾ ਕਿ ਅਸੀਂ ਇਹਨਾਂ ਗੱਲਾਂ ਨੂੰ ਕਿੱਦਾਂ ਪਾਲਣਾ ਹੈ। ਤੋ ਆਓ ਗੁਰੂ ਬਖਸ਼ਿਸ਼ ਕਰੇ, ਜਦੋਂ ਵੀ ਸੰਸਾਰ ਤੋਂ ਕੋਈ ਪ੍ਰਾਣੀ ਜਾਂਦਾ ਹੈ, ਉਹਦੇ ਸਬੰਧ ਵਿੱਚ ਮਗਰੋਂ ਰਿਸ਼ਤੇਦਾਰ, ਸਾਖ ਸੰਬੰਧੀ, ਇਲਾਕਾ ਨਿਵਾਸੀ ਇਕੱਠੇ ਹੁੰਦੇ ਨੇ, ਅਸੀਂ ਯਾਦ ਕਰਦੇ ਹਾਂ। ਪਰ ਹਰ ਜਾਣ ਵਾਲਾ ਵਿਅਕਤੀ ਇੱਕ ਦੁਨੀਆ ਨੂੰ ਮੈਸੇਜ ਦੇ ਕੇ ਜਾਂਦਾ, ਸੁਨੇਹਾ ਦੇ ਕੇ ਜਾਂਦਾ ਹੈ, ਭਾਈ ਜਿੰਨਾ ਮਰਜ਼ੀ ਭੱਜ ਨੱਸ ਕਰ ਲਾ, ਜੇ ਮੈਂ ਇਸ ਦੁਨੀਆ 'ਚ ਨਹੀਂ ਰਿਹਾ ਤੇ ਰਹਿਣਾ ਤੂੰ ਵੀ ਨਹੀਂ। ਵੱਖਰੀ ਗੱਲ ਹੈ ਜਦੋਂ ਅਸੀਂ ਚਿਖਾ ਬਲਦੀ ਵੇਨੇ ਆ, ਉਦੋਂ ਤੱਕ ਸਾਨੂੰ ਥੋੜਾ ਸਮਾਂ ਗੱਲਾਂ ਚੇਤੇ ਹੁੰਦੀਆਂ ਨੇ, ਪਰ ਜਿਉਂ-ਜਿਉਂ ਮੜੀਆਂ ਤੋਂ ਦੂਰ ਆਉਂਦੇ ਜਾਂਦੇ ਆ, ਸਾਨੂੰ ਗੱਲਾਂ ਹੌਲੀ-ਹੌਲੀ ਭੁੱਲ ਜਾਂਦੀਆਂ ਨੇ। ਆਓ ਭਗਤ ਕਬੀਰ ਜੀ ਦਾ ਪਾਵਨ ਸ਼ਬਦ ਆਪਾਂ ਪੜ੍ਹਿਆ, ਉਹ ਕਿਹੜੀ ਐਸੀ ਮੌਤ ਹੈ ਜੇ ਤੋਂ ਦੁਨੀਆ ਡਰਦੀ ਹੈ, ਤੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਤੇ ਗੋਡੇ ਗੋਡੇ ਚਾਹ ਚੜਿਆ ਪਿਆ। ਉਹ ਕਿਹੜੀ ਐਸੀ ਮੌਤ ਹੈ ਜਿਹਦੇ ਬਾਰੇ ਭਗਤ ਕਬੀਰ ਜੀ ਨੇ ਕਿਹਾ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ। ਉਹ ਆ ਮੌਤ ਹੈ ਵੀ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਏ ਤੇ ਦੁਨੀਆ ਡਰਦੀ ਹੈ, ਤੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਗੋਡੇ ਗੋਡੇ ਚਾਹ ਚੜਿਆ ਪਿਆ। ਕੀ ਭਗਤ ਕਬੀਰ ਜੀ ਸਾਨੂੰ ਆਤਮ ਹੱਤਿਆ ਕਰਨ ਦੀ ਪ੍ਰੇਰਣਾ ਦੇ ਰਹੇ ਨੇ ਕਿ ਮੈਨੂੰ ਚਾਹ ਚੜਿਆ ਪਿਆ, ਕੋਈ ਮੈਨੂੰ ਆਣ ਕੇ ਮਾਰ ਦੇਵੇ ਤੇ ਮੇਰੀ ਪਰਮ ਅਵਸਥਾ ਬਣ ਜਾਏ? ਆਓ ਸ਼ਬਦ ਦੀਆਂ ਇਹਨਾਂ ਤੁਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿੰਨੇ ਅਸੀਂ ਅਖੰਡ ਪਾਠ ਕੀਤੇ ਤੇ ਕਰਾਏ ਨੇ, ਕਾਸ਼ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਚੱਕ ਕੇ ਖੁਦ ਬਾਣੀ ਸਮਝ ਕੇ ਆਪ ਪੜ੍ਹੀ ਹੁੰਦੀ, ਤੇ ਅੱਜ ਸਾਡੇ ਸਮਾਜ ਵਿੱਚ ਵਹਿਮ ਭਰਮ ਪਖੰਡ ਜਿੰਨਾ ਜ਼ੋਰ ਫੜ ਚੁੱਕੇ ਨੇ, ਉਹ ਕਦੀ ਵੀ ਨਾ ਫੜਦੇ ਜੇ ਅਸੀਂ ਗੁਰਬਾਣੀ ਨੂੰ ਪੜ੍ਹਨ ਦੀ ਬਜਾਏ ਨਾਲ ਨਾਲ ਵਿਚਾਰਨ ਦੀ ਕੋਸ਼ਿਸ਼ ਵੀ ਕੀਤੀ ਹੁੰਦੀ। ਬਣਦਾ ਵਾਕ ਹੈ ਪੜਿਆ ਨਹੀਂ ਭੇਦ ਬੁਝਿਆ ਪਾਵਣਾ। ਕਿਆ ਪੜੀਏ, ਕਿਆ ਗੁਣੀਏ? ਕੋਈ ਕਿੰਨੇ ਪਾਠ ਕਰਦਾ ਘਰ ਵਿੱਚ, ਇਹ ਨਹੀਂ ਵੇਖਿਆ ਜਾਣਾ। ਇਹ ਵੇਖਿਆ ਜਾਣਾ ਵੀ ਪਾਠ ਕਰਨ ਤੋਂ ਬਾਅਦ ਇਹਦੇ ਜੀਵਨ 'ਚ ਤਬਦੀਲੀ ਕੀ ਆਈ ਹੈ, ਇਹਦੇ ਜੀਵਨ 'ਚ ਫਰਕ ਕੀ ਪਿਆ ਹੈ, ਇਹ ਵੇਖਿਆ ਜਾਣਾ। ਜਿਮ ਜਾਣ ਵਾਲਾ ਵਿਅਕਤੀ ਆਪਣੇ ਮੂੰਹੋਂ ਬੋਲ ਕੇ ਨਹੀਂ ਕਿਸੇ ਨੂੰ ਦੱਸਦਾ ਮੈਂ ਇੰਨੇ ਘੰਟੇ ਜਿਮ ਲਾ ਕੇ ਆਉਣਾ।
ਤੁਸੀਂ ਉਹਨੂੰ ਹੱਥ ਮਿਲਾਓ, ਤੁਹਾਡੇ ਹੱਥ, ਉਹਦੇ ਹੱਥ ਦੀ ਪਕੜ ਤੁਹਾਨੂੰ ਦੱਸ ਦੇਗੀ ਬੰਦਾ ਘੰਟਾ ਡੇਢ ਘੰਟਾ ਜਿਮ ਲਾ ਕੇ ਆਉਂਦਾ ਹੈ। ਪਰ ਪਾਠ ਕਰਨ ਵਾਲੇ ਨੂੰ ਦੱਸਣਾ ਕਿਉਂ ਪੈਂਦਾ ਮੈਂ ਇੰਨੇ ਪਾਠ ਕਰਦਾ? ਉਹਦੇ ਨਾਲ ਤੇ ਗੱਲਬਾਤ ਤੋਂ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਇੰਨੇ ਬਾਣੀ ਪੜ੍ਹਦਾ ਹੋਏਗਾ, ਇੰਨਾ ਪਾਠ ਕਰਦਾ ਹੋਏਗਾ। ਉਹਦੇ ਨਾਲ ਤੇ ਤੁਸੀਂ 2 ਦਿਨ ਵਿਚਰੋ ਤੇ ਘਰ ਦੇ ਕਹਿਣ ਸਾਡਾ ਜੀ ਬਾਣੀ ਪੜ੍ਹਦਾ ਨਹੀਂ, ਸਾਡਾ ਇਹ ਜੀ ਬਾਣੀ ਜਿਉਂਦਾ ਹੈ। ਬਾਣੀ ਜਿਉਣੀ ਹੈ, ਪੜ੍ਹੀ ਤੇ ਬਹੁਤ ਜਾ ਰਹੀ ਹੈ। ਜਿਹੜੇ ਕੱਲੇ ਪੜ੍ਹਦੇ ਨੇ ਉਹਨਾਂ ਬਾਰੇ ਸਤਿਗੁਰੂ ਨੇ ਕਿਹਾ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ ਪੜੀਆਂ, ਜੇਤੇ ਬਰਸ ਬਰਸ ਪੜੀਆਂ ਜੇਤੇ। ਨਾਨਕ ਲੇਖੈ ਇੱਕ ਗੱਲ ਹਉਮੈ, ਬਾਕੀ ਹੋਰ ਕੀ ਹੈ? ਹੋਰ ਹਉਮੈ ਚਖਣਾ ਚਾਖ। ਉਹ ਇੱਕ ਗੱਲ ਹੈ, ਜੇ ਤੇਰੇ ਜੀਵਨ 'ਚ ਕੁਝ ਫਰਕ ਪਿਆ ਹੈ, ਕੋਈ ਜੀਵਨ 'ਚ ਤਬਦੀਲੀ ਆਈ ਹੈ, ਲੋਕ ਤੇਰੇ ਨਾਲ ਵਿਚਰਨ, ਤੇਰੇ ਵਿਹਾਰ ਤੋਂ, ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਹਾਰ। ਜਦੋਂ ਸਾਡਾ ਮਨ ਉਸਤਤ ਕਰ ਲੱਗ ਪਿਆ, ਸਾਡੇ ਵਿਹਾਰ 'ਚ ਫਰਕ ਪਵੇਗਾ। ਤੇ ਮੈਂ ਕਿਸੇ ਦੇ ਪੈਸੇ ਦੇਣੇ ਹੋਣਗੇ, ਅਗਲੇ ਨੂੰ ਚੇਤਾ ਕਰਾਉਣ ਦੀ ਲੋੜ ਨਹੀਂ ਪਵੇਗੀ, ਮੈਂ ਦੇਣੇ ਨੇ, ਮੈਨੂੰ ਚੇਤਾ ਹੋਏਗਾ। ਮੈਂ ਨਹੀਂ ਕਵਾਂਗਾ ਡੈਰੀ ਲਾ, ਮੈਂ 3 ਸਾਲਾਂ ਬਾਅਦ ਵੀ ਉਹਦਾ ਦਰਵਾਜ਼ਾ ਖੜਕਾ ਕਵਾਂਗਾ, ਭਾਈ ਸਾਹਿਬ ਤੁਹਾਨੂੰ ਚੇਤਾ ਭੁੱਲ ਗਿਆ, ਇੰਨੇ ਪੈਸੇ ਤੁਹਾਡੇ ਮੈਂ ਦੇਣੇ ਨੇ। ਜਦੋਂ ਮੇਰਾ ਵਿਹਾਰ ਸਹੀ ਹੋਇਆ, ਤੇ ਵਿਹਾਰ ਸਹੀ ਉਦੋਂ ਹੋਏਗਾ ਜਦੋਂ ਮੇਰਾ ਮਨ ਉਸਤਤ ਕਰੇਗਾ। ਅਜੇ ਮਨ ਉਸਤਤ ਨਹੀਂ ਕਰ ਰਿਹਾ, ਅਜੇ ਤਨ ਉਸਤਤ ਕਰ ਰਿਹਾ ਹੈ ਕਿ ਬੰਦੇ ਨੇ ਕਿਸੇ ਕੋਲ ਲੈਣੇ ਹੋਣ ਤੇ ਕਸਮਾਂ ਖਾਣੀਆਂ ਪੈ ਰਹੀਆਂ ਨੇ। ਗਵਾਹੀ ਦੀ ਲੋੜ ਉਹਨੂੰ ਹੁੰਦੀ ਹੈ ਜਿਹਨੂੰ ਇੱਕ ਦੂਜੇ ਉੱਤੇ ਵਿਸ਼ਵਾਸ ਨਾ ਹੋਵੇ। ਆਓ ਸਤਿਗੁਰੂ ਜੀ ਕਹਿੰਦੇ ਨੇ, ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਆਓ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ, ਬੜੇ ਪਿਆਰ ਨਾਲ ਸ਼ਬਦ ਦੀਆਂ ਨਾ ਤੁਕਾਂ ਦਾ ਰਲ ਕੇ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਫਿਰ ਆਪਾਂ ਰਲ ਕੇ ਸਾਰੀ ਸੰਗਤ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸਾਰੀ ਸੰਗਤ ਬੜੇ ਪਿਆਰ ਨਾਲ ਹਾਜ਼ਰੀ ਲਵਾਓ ਜੀ। ਜਿਹ ਮਰਨੈ ਸਭ ਜਗਤ ਤਰਾਸਿਆ, ਜਿਹ ਮਰਨੈ ਸਭ ਜਗਤ ਤਰਾਸਿਆ। ਵਾਹ ਵਾਹ। ਜਿਹ ਮਰਨੈ ਸਭ ਜਗਤ ਤਰਾਸਿਆ, ਜਿਹ ਮਰਨੈ ਸਭ ਜਗਤ ਤਰਾਸਿਆ। ਸੋ ਮਰਨਾ ਗੁਰ ਸ਼ਬਦ ਪਰਗਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। अब कैसे मरो मरण मन मानिया, अब कैसे मरो मरण मन मानिया। मर मर जाते जिन राम न जानिया, मर मर जाते जिन राम न जानिया। वाह वाह। मरनो मरनो कहे सब कोई, मरनो मरनो कहे सब कोई। सहजे मरै अमर होए सोई, सहजे मरै अमर होए सोई। कहो कबीर मन भया आनंदा, कहो कबीर मन भया आनंदा। वाह वाह।
परम गया परम रहया परमानंदा, गया परम रहया परमानंदा। अब कैसे मरो मरण मन मानिया, अब कैसे मरो मरण मन मानिया। मर मर जाते जिन राम न जानिया, मर मर जाते जिन राम न जानिया। मौत शब्द ਜਾਂ ਮਰਨਾ ਸ਼ਬਦ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਇੱਕਦਮ ਸਾਡੇ ਧਿਆਨ ਵਿੱਚ ਮੌਤ ਦੀ ਇੱਕ ਪਿਕਚਰ ਬਣ ਜਾਂਦੀ ਹੈ ਵੀ ਜਦੋਂ ਕਿਸੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ, 10 ਜੀ ਉਹਦੇ ਸਰੀਰ ਦੇ ਬੰਨੇ ਬੰਨੇ ਬੈਠੇ ਹੋਣ ਤੇ ਕਹਿੰਦੇ ਨੇ ਬੰਦਾ ਚੜ੍ਹਾਈ ਕਰ ਗਿਆ। ਅਸੀਂ ਮੌਤ ਦੇ ਅਰਥ ਇਹ ਲੈਂਦੇ ਹਾਂ। ਤੁਹਾਡੇ ਵਿੱਚੋਂ ਕਈ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਬੈਠੇ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇਸ ਮੌਤ ਤੋਂ ਬਿਨਾਂ ਵੀ ਹੋਰ 2 ਕਿਸਮ ਦੀ ਮੌਤ ਦਾ ਜ਼ਿਕਰ ਹੈ। ਕੱਲੀ ਇਹ ਮੌਤ ਨਹੀਂ ਹੈ। ਜਿਵੇਂ ਅੰਮ੍ਰਿਤ ਸ਼ਬਦ ਹੈ, ਜਦੋਂ ਅਸੀਂ ਅੰਮ੍ਰਿਤ ਸ਼ਬਦ ਬੋਲਦੇ ਹਾਂ ਸਾਡੇ ਦਿਮਾਗ 'ਚ ਆਉਂਦਾ ਵੀ ਅੰਮ੍ਰਿਤ ਜਿਹਨੇ ਕਕਾਰ ਪਾਏ ਇਹ ਅੰਮ੍ਰਿਤਧਾਰੀ ਹੈ। ਪਰ ਬਾਣੀ 'ਚ ਅੰਮ੍ਰਿਤ ਦੇ ਅਰਥ ਪਤਾ ਕਿੰਨੇ ਆਏ ਨੇ? ਹੁਣ ਅਸੀਂ ਮੱਝ ਨੂੰ ਰਾਤ ਨੂੰ ਟੋਕਰਾ ਭਰ ਕੇ ਪੱਠਿਆਂ ਦਾ ਪਾਈਏ, ਸਵੇਰੇ ਬਾਲਟੀ ਦੁੱਧ ਦੀ ਭਰ ਦੇਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੁੱਧ ਨੂੰ ਵੀ ਅੰਮ੍ਰਿਤ ਆਖਿਆ। ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ। ਹੁਣ ਅੰਮ੍ਰਿਤ ਕਿਉਂ ਕਿਹਾ? ਧਿਆਨ ਨਾਲ ਸੁਣਿਓ ਤਾਂ ਗੱਲ ਸਮਝ ਪੈ ਜਾਏ। ਮ੍ਰਿਤ ਕਹਿੰਦੇ ਮੌਤ ਨੂੰ, ਅੰਮ੍ਰਿਤ ਜਿਹੜਾ ਤੁਹਾਡੇ ਵਿੱਚ ਜਾਨ ਪਾਵੇ। ਹੁਣ ਹੈ ਤੇ ਦੁੱਧ ਇਦਾਂ ਹੀ ਹੈ ਨਾ, ਦੁੱਧ ਹੈ ਤੇ ਖੁਰਾਕ ਹੈ ਨਾ। ਜਦੋਂ ਬੰਦਾ ਕਮਜ਼ੋਰ ਹੋਵੇ, ਵੀਕ ਹੋਵੇ ਤੇ ਆਪਾਂ ਨੂੰ ਕਹਿੰਦੇ ਇਹਨੂੰ ਗਲਾਸ ਭਰ ਕੇ ਉਹ ਬੋਲੋ ਗੁਰੂ ਕੇ ਪਿਆਰਿਓ। ਕਿਤੇ ਸੱਟ ਲੱਗ ਜਾਏ ਤੇ ਦਬਦਬ ਕੀ ਕੀਤਾ ਜਾਂਦਾ ਸੀ ਪੁਰਾਣੇ ਸਮੇਂ 'ਚ? ਦਬਦਬੇ ਨੂੰ ਹਲਦੀ ਪਾ ਕੇ ਦੁੱਧ ਪਿਆਓ। ਇਹਦਾ ਮਤਲਬ ਤੁਸੀਂ ਮੰਨਦੇ ਹੋ ਨਾ ਕਿ ਦੁੱਧ ਵਿੱਚ ਕੋਈ ਨਾ ਕੋਈ ਤਾਕਤ ਹੈ, ਕੋਈ ਖੁਰਾਕ ਹੈ। ਭਾਈ ਦੁੱਧ ਦਿਓ ਪੀਣ ਨੂੰ ਇਹਨੂੰ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਵੀ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਇੱਕ ਹੋ ਗਿਆ ਦੁੱਧ ਅਰਥ, ਅੰਮ੍ਰਿਤ ਦੁੱਧ ਨੂੰ ਵੀ ਆਖਿਆ। ਹੁਣ ਦੂਜਾ ਅੰਮ੍ਰਿਤ ਕਾਇਆ ਰਹੇ ਸੁਖਾਲੀ, ਇਹ ਸਰੀਰ ਨੂੰ ਵੀ ਅੰਮ੍ਰਿਤ ਆਖਿਆ ਬਾਣੀ 'ਚ। ਆ ਕਾਇਆ ਵੀ, ਇਹ ਵੀ ਅੰਮ੍ਰਿਤ ਹੈ। ਗੁਰੂ ਦੀ ਸਿੱਖਿਆ ਨੂੰ ਵੀ ਅੰਮ੍ਰਿਤ ਆਖਿਆ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਸਿੱਖਿਆ ਰੂਪੀ ਅੰਮ੍ਰਿਤ ਗੁਰੂ ਦੇ ਪਾਹੀ ਹੈ। ਪਾਹੀ ਪੜ੍ਹਨ ਨੂੰ, ਪਾਹੀ ਮੀਨਿੰਗ ਪਾਸ, ਗੁਰੂ ਦੇ ਕੋਲੋਂ ਅੰਮ੍ਰਿਤ ਹੈ। ਇਦਾਂ ਹੀ ਮੌਤ, ਇੱਕ ਮੌਤ ਹੈ ਜਦੋਂ ਆਪਣਾ ਸੰਸਾਰ ਚੋਂ, ਬੰਦੇ ਦੇ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਆ। ਵੈਸੇ ਜਿਹਨੂੰ ਅਸੀਂ ਮੌਤ ਕਹਿੰਦੇ ਆ, ਬਾਣੀ ਮੌਤ ਨਹੀਂ ਕਹਿੰਦੀ। ਧਿਆਨ ਨਾਲ ਸੁਣਿਓ। ਜਿਸ ਨੂੰ ਅਸੀਂ ਮੌਤ ਕਹਿੰਦੇ, ਗੁਰਬਾਣੀ ਨੂੰ ਮੌਤ ਨਹੀਂ ਕਹਿੰਦੀ। ਨਾ ਨਾ ਨਾ, ਗੁਰਬਾਣੀ ਕਹਿੰਦੀ 5 ਤੱਤ ਨੇ। ਸਰੀਰ ਕਿੰਨਿਆਂ ਤੱਤਾਂ ਦਾ ਬਣਿਆ? ਨਾਲ ਨਾਲ ਹਾਜ਼ਰੀ ਲਵਾਈ ਜਾਓ ਤਾਂ ਕਿ ਸਮਝ ਪੈ ਜੇ। ਸਰੀਰ ਕਿੰਨਿਆਂ ਤੱਤਾਂ ਦਾ ਬਣਿਆ ਜੀ? ਉਹ 5 ਤੱਤ ਕਿਹੜੇ ਆ? ਅੱਗ, ਹਵਾ, ਪਾਣੀ ਤੇ ਆਕਾਸ਼ ਤੇ ਧਰਤੀ। ਧਰਤੀ ਜਿੱਥੋਂ ਮਿੱਟੀ, ਜਿੱਥੇ ਸਾਨੂੰ ਰਹਿਣ ਨੂੰ ਜਗ੍ਹਾ ਮਿਲੀ ਹੋਈ ਹੈ। ਇਹ 5 ਤੱਤ ਇਕੱਠੇ ਹੋਏ ਨੇ ਤੇ ਸਾਡਾ ਸਰੀਰ ਢਾਂਚਾ ਬਣਿਆ ਹੋਇਆ ਹੈ। ਜਿਹਨੂੰ ਅਸੀਂ ਮੌਤ ਕਹਿੰਦੇ, ਬਾਣੀ ਕਹਿੰਦੀ ਹੈ ਕੀ ਹੋਣਾ ਵਾ? ਹਵਾ 'ਚ ਹਵਾ ਜਾ ਰਲਣੀ ਹੈ, ਪਾਣੀ 'ਚ ਪਾਣੀ ਜਾ ਰਲਣਾ, ਅੱਗ 'ਚ ਅੱਗ ਜਾ ਰਲਣੀ ਹੈ। ਜਿਹਨੂੰ ਇੰਜ ਕਹਿ ਲੋ, ਪਵਣੇ ਮੈਂ ਪਵਨ ਸਮਾਇਆ। ਸਾਰੇ ਬੋਲੋ, ਜੋਤੀ ਮੈਂ ਮਾਟੀ ਮਾਟੀ ਹੋਈ ਏਕ। ਹੁਣ ਅਗਲਾ ਵਾਕ ਹੈ, ਰੋਵਣ ਹਾਰੇ ਕੀ। ਕਹਿੰਦੇ ਜਦੋਂ ਤੁਸੀਂ ਰੋ ਰਹੇ ਹੋ, ਕਿਹੜੀ ਚੀਜ਼ ਨੂੰ ਟੇਕ ਰੱਖ ਕੇ ਰੋ ਰਹੇ ਵੀ ਆਹ ਚੀਜ਼ ਮਰੀ ਹੈ? ਨਾ ਅੱਗ ਮਰੀ ਹੈ, ਨਾ ਹਵਾ ਮਰੀ ਹੈ, ਨਾ ਪਾਣੀ ਮਰਿਆ। ਉਹ ਤੇ ਆਪਣੇ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ। ਸਿਰਫ ਢਾਂਚੇ ਦਾ ਢਾਂਚਾ ਡਿੱਗਾ ਹੈ। ਜਿਵੇਂ ਇੱਕ ਬਿਲਡਿੰਗ, ਆਪਾਂ ਘਰ ਬਣਾਉਂਦੇ ਆ, ਜਿਹੜਾ ਆਪਾਂ ਘਰ ਬਣਾਇਆ ਉਹ ਮਟੀਰੀਅਲ ਕਿੱਥੋਂ ਲਿਆ? ਆਪਾਂ ਇਸੇ ਦੁਨੀਆ ਤੋਂ।
ਇੱਟਾਂ ਵੀ ਇੱਥੋਂ ਲਈਆਂ, ਲੱਕੜ ਵੀ ਇੱਥੋਂ ਲਈ ਦਰਵਾਜ਼ਿਆਂ ਨੂੰ ਲਾਉਣ ਲਈ, ਪਰਦੇ ਵੀ ਇੱਥੋਂ ਲਏ, ਪੱਖੇ ਵੀ ਇੱਥੋਂ ਲਏ, ਲਾਈਟਾਂ ਵੀ ਇੱਥੋਂ ਲਈਆਂ, ਟੂਟੀਆਂ ਵੀ ਇੱਥੋਂ ਲਈਆਂ। ਮੰਨ ਲਓ ਜਿਹੜੇ ਅੱਜ ਆਪਣੇ ਬਜ਼ੁਰਗਾਂ ਨੇ ਬਣਾਏ ਘਰ ਆਪਾਂ ਢਾਹ ਤੇ ਆਪਾਂ ਨਵੇਂ ਬਣਾ ਲਏ। ਜਦੋਂ ਆਪਣੀ ਪੀੜ੍ਹੀ ਨੇ 50 60 100 ਸਾਲ ਬਾਅਦ ਉਹਨਾਂ ਨੂੰ ਸਾਡੇ ਘਰ ਚੰਗੇ ਨਹੀਂ ਲੱਗਣੇ, ਉਹਨਾਂ ਨੇ ਸਾਡੇ ਢਾਹ ਦੇਣੇ ਆ। ਜਦੋਂ ਘਰ ਟੱਠੇਗਾ ਮਟੀਰੀਅਲ ਦੀ ਮੌਤ ਨਹੀਂ ਹੋਣੀ, ਮੌਤ ਹੋਣੀ ਹੈ ਢਾਂਚੇ ਦੀ। ਢਾਂਚਾ ਡਿੱਗਣਾ, ਮਟੀਰੀਅਲ ਤੇ ਜਿੱਥੋਂ ਆਇਆ ਉੱਥੇ ਫੇਰ ਚਲਾ। ਹੁਣ ਘਰ ਢੱਠਦਾ, ਸਾਰਾ ਢਾਂਚਾ ਜਿੰਨਾ ਮਟੀਰੀਅਲ ਲੱਗਾ ਸਾਰਾ ਉੱਥੇ ਹੀ ਪਿਆ ਹੁੰਦਾ, ਤੁਹਾਡੇ ਸਾਹਮਣੇ ਦਿਸਦਾ। ਹੁਣ ਇਸ ਖੇਡ ਦਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੂੰ ਪਤਾ ਸੀ ਨਾ, ਜਿਨ੍ਹਾਂ ਦੇ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਹਨਾਂ ਦੇ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ ਸੀ। ਹੁਣ ਅੱਜ ਅਸੀਂ ਜਿੰਨਾ ਬਾਹਰ ਭੱਜੇ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨਿਆਂ ਪਰਿਵਾਰਾਂ 'ਚ ਪੜ੍ਹੀ ਗਈ ਹੈ? ਮਾਰੋ ਧਿਆਨ ਆਪੋ ਆਪਣੇ ਪਰਿਵਾਰਾਂ ਵਿੱਚ ਵੀ ਕਿੰਨਿਆਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ ਪੋਥੀਆਂ ਰੱਖ ਕੇ, ਸੈਂਚੀਆਂ ਰੱਖ ਕੇ ਸਾਨੂੰ ਸਹਿਜ ਪਾਠ ਅਰਥਾਂ ਸਹਿਤ ਕਰਨ ਦੀ ਆਦਤ ਹੈ। ਅੱਜ ਅਸੀਂ ਜਿੰਨਾ ਬਾਹਰ ਨੂੰ ਭਜਦੇ ਆ, ਕਾਸ਼ ਕਿਤੇ ਅਸੀਂ ਇੱਕ ਦੋ ਅੱਖਰ ਵੀ ਗੁਰੂ ਗ੍ਰੰਥ ਸਾਹਿਬ ਦੇ ਪੜ੍ਹੇ ਹੁੰਦੇ, ਸਾਨੂੰ ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆ ਜਾਂਦੀ, ਬਾਣੀ ਜ਼ਿੰਦਗੀ ਜਿਉਣ ਦਾ ਤਰੀਕਾ ਕੀ ਦੱਸਦੀ ਪਈ ਹੈ। ਹੁਣ ਜਿਹਨੂੰ ਅਸੀਂ ਮੌਤ ਕਹਿੰਦੇ, ਬਾਣੀ ਕਹਿੰਦੀ ਹੈ ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਜਿਹਨਾਂ ਨੂੰ ਬਾਣੀ ਆਉਂਦੀ ਨਾਲ ਨਾਲ ਪੜੋ, ਮਾਟੀ ਮਾਟੀ ਹੋਈ ਏਕ। ਅੱਗੇ ਰੋਮਣ ਹਾਰੇ ਕੀ ਕੌਣ ਮੂਆ, एक क्वेश्चन मार्क है, कौन मुआ रे कौन मुआ, ब्रह्म ज्ञानी मिल करो विचारा, ये तो चलत भया। कहते विचार करो हुण बह के भी मरिया कौन है। डेथ कहदी हुई है, डेथ हुई एक ढांचे की। आ सरबजीत सिंह है तुहाडे सामने बैठा, इहनूं गुरु ग्रंथ साहिब जी लिखिया कबीर धूर सकेल कै। ऐदां धूड़ इकट्ठी करके, मिट्टी इकट्ठी करके ਉਹਦਾ ਨਾਂ ਰੱਖ ਦਿੱਤਾ। ਹੁਣ ਤਾਂ ਬਰਤਨ ਆਪਣੇ ਘਰਾਂ 'ਚ ਦੂਜੇ ਆ ਗਏ, ਬਜ਼ੁਰਗਾਂ ਨੂੰ ਪਤਾ, ਪਹਿਲਾਂ ਆਪਣੇ ਘਰਾਂ 'ਚ ਆਮ ਮਿੱਟੀ ਦੇ ਬਰਤਨ ਹੁੰਦੇ ਸੀ, ਹੌਲੀ ਹੌਲੀ ਉਹ ਵੀ ਆਪਾਂ ਹੁਣ ਵਰਤਦੇ ਆ ਘਰਾਂ 'ਚ। ਹੁਣ ਘੁਮਿਆਰ ਜਦੋਂ ਭਾਂਡੇ ਬਣਾਉਂਦਾ ਹੈ, ਕਿੱਦਾਂ ਬਣਾਉਂਦਾ ਹੈ? ਇੱਕੋ ਮਿੱਟੀ ਦੇ ਢੇਰ ਵਿੱਚੋਂ ਉਹਨੇ ਘੜਾ ਵੀ ਬਣਾਇਆ, ਕਾੜਨਾ ਵੀ ਬਣਾਇਆ, ਸ਼ਿਕਾਲਾ ਵੀ ਬਣਾਇਆ। ਹੁਣ ਇਹ ਬਜ਼ੁਰਗਾਂ ਤੇ ਪਤਾ ਨਾ ਸ਼ਿਕਾਲਾ ਕਿਹਨੂੰ ਕਹਿੰਦੇ ਆ, ਆਉਣ ਵਾਲੀ ਪੀੜ੍ਹੀ ਨੂੰ ਤੇ ਸ਼ਿਕਾਲੇ ਦਾ ਵੀ ਉਹਦਾ ਮੂਰੀਆਂ ਹੁੰਦੀਆਂ ਜਿਹਦੇ ਵਿੱਚ ਜਿਹੜਾ ਕਾੜਨ ਦੇ ਉੱਪਰ ਰੱਖਿਆ ਜਾਂਦਾ, ਜਦੋਂ ਦੁੱਧ ਕੱਢਦਾ ਉਹਦੇ ਵਿੱਚ। ਆਉਣ ਵਾਲੀ ਪੀੜ੍ਹੀ ਨੂੰ ਤੇ ਗੱਲਾਂ ਦੱਸਣੀਆਂ ਪੈਣੀਆਂ, ਜੇ ਤੁਹਾਡੇ ਘਰ 'ਚ ਜੇ ਕਿਸੇ ਵੱਡੇ ਨੂੰ ਪਤਾ ਹੋਏਗਾ ਤੇ। ਕਾੜਨਾ, ਘੜਾ, ਸ਼ਿਕਾਲਾ, ਝਾਵਾਂ, ਤੌੜੀ, ਇਹ ਮਿੱਟੀ ਦੇ ਬਣਦੇ ਸੀ ਨਾ। ਇੱਕੇ ਮਿੱਟੀ ਵਿੱਚੋਂ ਇੱਕੇ ਘੁਮਿਆਰ ਨੇ ਕਿੰਨੇ ਭਾਂਡੇ ਬਣਾਤੇ। ਮਾਟੀ ਏਕ ਅਨੇਕ ਭਾਂਤ ਕਰ। देखो मैं तुकां अद्धियां बोल के चुप कर जाना, भी जिन्हों आउंदी होएगी वो बोलेगा। ਇਹਦਾ ਅਰਥ ਸਾਡਿਆਂ ਪਰਿਵਾਰਾਂ ਵਿੱਚੋਂ ਗੁਰਬਾਣੀ ਪੜਨ ਦਾ ਰੁਝਾਨ ਹੌਲੀ ਹੌਲੀ, ਉੱਚੀ ਬੋਲੋ। ਆ ਗਾਣਾ 15 ਦਿਨ ਕਿਸੇ ਕਲਾਕਾਰ ਦਾ ਆ ਜੇ ਨਾ, ਸੁਣ ਸੁਣ ਕੇ ਗਾਣੇ ਲੋਕੀ, ਕਿਉਂਕਿ ਟਰੈਕਟਰ ਤੇ ਵੀ ਗਾਣਾ, ਘਰਾਂ 'ਚ ਟੀਵੀ ਤੇ ਵੀ ਗਾਣਾ, ਗੱਡੀਆਂ 'ਚ ਵੀ ਗਾਣਾ, ਤੇ ਸੁੱਖ ਨਾ ਜਿਹੜੇ ਨਾਲ ਫੜੇ ਆਪਾਂ ਆ ਜਿਹੜੇ ਬੰਦ ਨਹੀਂ ਹੋ ਰਹੇ ਗੁਰਦੁਆਰੇ ਵੀ ਨਾਲ ਲੈ ਦੋ। ਹੁਣ ਮੋਬਾਈਲ ਇਹ 'ਚ ਵੀ ਗਾਣੇ, ਕਈ ਤੁਰਦਿਆਂ ਸੁਰਦਿਆਂ ਤੁਰਦਿਆਂ ਵੀ ਸੌਂਦਿਆਂ ਵੀ ਹਰ ਵਕਤ ਤਾਂ ਹੀ ਯਾਦ ਹੋ ਗਏ। ਹੁਣ ਜੋ ਤੁਸੀਂ ਸੁਣੋਗੇ ਯਾਦ ਹੋਏਗਾ ਤੁਹਾਨੂੰ। ਹੁਣ ਮੋਬਾਈਲ ਸਾਡੇ ਕੋਲ ਹੈਗਾ, ਜਿਹਨੂੰ ਬਾਣੀ ਸੁਣਨ ਦਾ ਸ਼ੌਂਕ ਹੈ ਬਾਣੀ ਸੁਣਦਾ, ਕੋਈ ਤਾਂ ਚੰਗੀ ਚੀਜ਼ ਪੜ੍ਹਦਾ ਲਿਖਦਾ। ਇਹ ਚੀਜ਼ਾਂ ਮਾੜੀਆਂ ਨਹੀਂ ਸੀ, ਗੱਲ ਦੀ ਵਰਤੋਂ ਤੇ ਡਿਪੈਂਡ ਕਰਦਾ ਸੀ ਕਿ ਇਹਦੇ ਵਿੱਚੋਂ ਮੈਂ ਸਿੱਖਣਾ ਕੀ ਹੈ। ਹੁਣ ਕਬੀਰ ਧੂੜ ਸਕੇਲ ਕੈ, ਭਗਤ ਕਬੀਰ ਜੀ ਕਹਿੰਦੇ ਧੂੜ ਇਕੱਠੀ ਕੀਤੀ, ਮਿੱਟੀ ਇਕੱਠੀ ਕੀਤੀ, ਪੁਰੀਆਂ ਬਾਂਧੀ ਦੇ। ਜਿਵੇਂ ਮਿੱਟੀ ਇਕੱਠੀ ਕਰਕੇ ਨਾਂ ਰੱਖ ਦਿੱਤਾ। ਅੱਛਾ, ਜਦੋਂ ਤੱਕ ਮਿੱਟੀ ਕੱਲੀ ਪਈ ਸੀ ਉਹਦਾ ਕੋਈ ਨਾਂ ਸੀ, ਮਿੱਟੀ ਸੀ। ਪਰ ਜਦੋਂ ਘੁਮਿਆਰ ਦੇ ਹੱਥ ਲੱਗੇ ਹੁਣ ਉਹਨੂੰ ਕੀ ਕਹਿੰਦੇ ਆ? ਝਾਵਾਂ, ਸ਼ਿਕਾਲਾ, ਕਾੜਨਾ, ਘੜਾ। ਘੁਮਿਆਰ ਦੇ ਹੱਥ ਲੱਗਣ ਤੋਂ ਬਾਅਦ ਉਹਦੇ ਨਾਂ ਬਦਲ ਗਏ। ਇਦਾਂ 5 ਤੱਤ ਵੱਖਰੇ ਵੱਖਰੇ ਪਏ ਸੀ। ਜਦੋਂ ਉਸ ਮਾਲਕ ਦੀ ਰਹਿਮਤ ਹੋਈ, ਕਿਰਪਾ ਹੋਈ, ਇਸ ਪਾਣੀ ਤੇ ਜੰਤੂ ਕਰਿਆ, ਮਾਟੀ ਕਾਲੇ ਦਿਉਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਮ ਮੈਂ ਜੰਤੂ ਰਾਖਿਆ, ਰਾਖਣ ਹਾਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਜਦੋਂ ਘੁਮਿਆਰ ਦਾ ਹੱਥ ਮਿੱਟੀ ਨੂੰ ਲੱਗਾ ਤਾਂ ਉਹਨੇ ਸੈਂਕੜੇ ਬਰਤਨ ਬਣਾਤੇ।
ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਘੁਮਿਆਰ ਦਾ ਹੱਥ ਲੱਗਾ ਤੇ ਉਹਨੇ ਕਿੰਨੇ ਜੀਵ ਬਣਾਤੇ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਅੱਛਾ ਜਦੋਂ ਸਰੀਰ ਬਣ ਗਏ, ਇਹ ਨਾਂ ਕਿਹਨੇ ਰੱਖੇ ਆਪਣੇ? ਫਿਰ ਨਾਂ ਰੱਖੇ ਗਏ। ਮੰਨ ਲਓ ਆਪਾਂ ਦੁਨੀਆ ਤੇ ਆਏ, ਨਾਂ ਰੱਖਿਆ, ਕਿਸੇ ਦਾਈ ਨੇ ਰੱਖਤਾ, ਕਿਸੇ ਦਾਦੇ ਨੇ ਕਹਿਤਾ ਆਹ ਰੱਖੋ, ਕਿਸੇ ਭੈਣ ਨੇ ਕਹਿਤਾ ਰੱਖੋ, ਕਿਸੇ ਮਾਂ ਨੇ ਕਹਿਤਾ, ਗੁਰਦੁਆਰੇ ਆਣ ਕੇ ਮਹਾਰਾਜ ਦੇ ਸਰੂਪ ਤੋਂ ਨਾਮ ਕਢਾ ਲਿਆ, ਨਾਂ ਰੱਖੇ ਗਏ। ਹੁਣ ਨਾਂ ਰੱਖੇ ਗਏ। ਕਬੀਰ ਧੂੜ ਸਕੇਲ ਕੇ ਪੁੜੀਆਂ ਬਾਂਧੀ ਦੇ, ਮਿੱਟੀ ਇਕੱਠੀ ਕਰਕੇ ਪੁੜੀਆਂ ਦੇ ਨਾਮ ਰੱਖ ਦਿੱਤੇ। ਇਹਦਾ ਨਾਂ ਸਰਬਜੀਤ ਸਿੰਘ ਹੈ, ਇਹਦਾ ਨਾਂ ਮਹਿੰਦਰ ਸਿੰਘ ਹੈ, ਇਹਦਾ ਨਾਂ ਜੋਗਿੰਦਰ ਸਿੰਘ ਹੈ, ਇਹਦਾ ਨਾਂ ਸਤਨਾਮ ਸਿੰਘ ਹੈ। ਪਰ ਦਿਲ ਸਚਾਰ ਕੋ ਪੇਖਣਾ, ਅੱਗੇ ਬੋਲੋ, ਦਿਲ ਸਚਾਰ ਕੋ ਪੇਖਣਾ। ਅੱਗੇ ਹੋਣਾ ਖੇ ਆ ਨਾ। ਤੇ ਜਦੋਂ ਬੰਦਾ ਕਿਸੇ ਨਾਲ ਗੱਲਾਂ ਕਰਦਾ ਜਾਂ ਲੜਦਾ, ਕਿੱਦਾਂ ਲੜਦਾ ਭਲਾ? ਇੱਥੇ ਹੱਥ ਮਾਰ ਕੇ ਏਦਾਂ। ਬਾਣੀਆਂ ਦੀ ਹੈ ਕੀ ਆ ਤੂੰ? ਇੱਕ ਪਾਣੀ ਦਾ ਬੁਲਬੁਲਾ। ਬੰਦੇ ਦੀ ਵੈਲਿਊ ਕੀ ਵੈਸੇ? ਇੱਕ ਸਾਹ। ਤੁਹਾਡੇ ਵਿੱਚੋਂ ਕਈਆਂ ਨੇ ਪਲੇਨ 'ਚ ਸਫ਼ਰ ਕੀਤਾ ਹੋਣਾ। ਜਦੋਂ ਪਲੇਨ ਉੱਡਣ ਲੱਗਦਾ ਉਸ ਤੋਂ ਪਹਿਲਾਂ 에ਅਰ ਹੋਸਟਸ ਜਦੋਂ ਅੰਦਰ ਇੱਕ ਅਨਾਉਂਸ ਕਰਦੇ ਆ, ਕੀ ਭਲਾ? ਜਦੋਂ ਤੁਹਾਨੂੰ ਆਕਸੀਜਨ ਦੀ ਪ੍ਰੋਬਲਮ ਆਵੇ ਤੇ ਮਾਸਕ ਤੁਹਾਡੇ ਥੱਲੇ ਇਦਾਂ ਉੱਪਰ ਬਣਿਆ ਹੋਇਆ, ਉੱਥੋਂ ਥੱਲੇ ਉਤਰਨਗੇ। ਪਹਿਲਾਂ ਆਪਣੇ ਮਾਸਕ ਲਾਓ ਤੇ ਨਾਲਦਿਆਂ ਦਾ ਤੁਸੀਂ ਪ੍ਰਬੰਧ ਕਰੋ। ਉਹਨਾਂ ਨੂੰ ਉਦੋਂ ਇਹ ਥੋੜਾ ਕਹਿੰਦੇ ਵੀ ਭੁੱਖ ਲੱਗੀ ਹੋਵੇ ਤੇ ਰੋਟੀ ਖਾ ਲਓ। ਉਹਨੂੰ ਪਤਾ ਵੀ ਜੇ ਸਾਹ ਆਉਂਦਾ ਹੋਇਆ ਤੇ ਅਗਲੀ ਗੱਲ ਹੈ ਜੇ ਆਕਸੀਜਨ ਦੀ। ਤੇ ਆ ਜਦੋਂ ਕਰੋਨਾ ਦਾ ਪੀਰੀਅਡ ਚੱਲਿਆ ਸੀ, ਪਤਾ ਲੱਗ ਗਿਆ ਨਾ ਦੁਨੀਆ ਨੂੰ, ਕਿਦਾਂ ਸਿਲੰਡਰ ਲੈ ਕੇ ਤੇ ਹਸਪੀਟਲਾਂ ਦੇ ਬਾਹਰ ਬੈਠੇ ਸੀ। ਬੰਦੇ ਦੀ ਵੈਲਿਊ ਇੱਕ ਸਾਹ ਵਾ। ਹਮ ਆਦਮੀ ਹਾਂ ਇੱਕਦਮ। ਜਦੋਂ ਤੁਸੀਂ ਹਸਪੀਟਲ ਮਰੀਜ਼ ਨੂੰ ਲੈ ਕੇ ਜਾਂਦੇ, ਉਹਦਾ ਨਾਂ ਲਿਖਾਉਂਦੇ ਆਪਾਂ ਜਾ ਕੇ। ਰਿਸ਼ਤੇਦਾਰ ਮਿਲਣ ਆਉਂਦੇ, ਜਾ ਕੇ ਪੁੱਛਦੇ ਜੀ ਅਸੀਂ ਫਲਾਣੇ ਮਰੀਜ਼ ਨੂੰ ਮਿਲਣਾ ਹੈ, ਕਿਹੜੇ ਵਾਰਡ 'ਚ, ਕਿਹੜੇ ਰੂਮ 'ਚ, ਦੱਸਦਾ ਨਾ। ਇਹ ਕਦੋਂ ਤੱਕ ਨਾਮ ਹੈ ਭਲਾ? ਜਦੋਂ ਤੱਕ ਉਹਦੇ ਸਾਹ ਚੱਲਦੇ ਆ। ਅੱਛਾ ਜੇ ਡੈਥ ਹੋ ਜਾਏ ਤੇ ਫੇਰ ਕੀ ਆਂਦੇ ਭਲਾ? ਡੈਡ ਬੋਡੀ। ਬੋਲੋ ਸਾਰੇ। ਹੁਣ ਨਾਂ ਲੈਂਦੇ ਤੁਸੀਂ? ਹੁਣ ਤੁਸੀਂ ਨਾਂ ਲਿਆ ਉਹਦਾ? ਨਾ ਉਦੋਂ ਤੱਕ ਸੀ ਜਦੋਂ ਤੱਕ ਸਾਹ ਸੀ। ਬਸ ਜੇ ਬੰਦੇ ਨੂੰ ਇਸ ਗੱਲ ਦੀ ਸਮਝ ਲੱਗ ਜਾਏ, ਠੱਗੀਆਂ ਮਾਰੂ ਬੰਦਾ। ਬੋਲੋ ਗੁਰੂ ਕੇ ਪਿਆਰੇ। ਬੇਈਮਾਨੀਆਂ ਕਰੂ, ਉਹ ਮਨਾ ਕਿਹਦੇ ਬਦਲੇ? ਮੈਂ ਤਾਂ ਇੱਕ ਦਮ ਦਾ ਆਦਮੀ ਹਾਂ। ਹਮ ਆਦਮੀ ਹਾਂ ਇੱਕਦਮੀ, ਮੋਲਤ ਮੌਤ ਨਾ ਜਾਣਾ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਮੌਤ ਹੈ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ। ਜਿਵੇਂ ਅੱਜ ਮਾਤਾ ਵਿਦਿਆ ਕੌਰ ਜੀ ਸੰਸਾਰ ਤੇ ਨਹੀਂ ਰਹੇ, 35 ਚੋਂ ਦੁਨੀਆ ਤੇ ਆਏ ਤੇ ਅੱਜ 22 ਹੈ, 87 ਸਾਲ ਦੀ ਕਰੀਬ ਏਜ ਬਣਦੀ ਹੈ। ਤੇ ਆਉਣ ਵਾਲੇ ਸਮਝ ਮੈਨੂੰ ਨਹੀਂ ਲੱਗਦਾ ਕੋਈ ਇੰਨੀ ਏਜ ਭੋਗੂਗਾ। ਲੱਗਦਾ ਤੁਹਾਨੂੰ? ਇੱਥੇ 20-22 ਸਾਲ ਦਾ ਸਾਇਲੈਂਟ ਅਟੈਕ ਹੋ ਰਹੇ ਨੇ। ਕਿਉਂ? ਵਜ੍ਹਾ ਕੀ ਹੈ? ਕਾਰਨ ਲੱਭੋ ਤੁਸੀਂ। ਅੱਜ ਖੁਰਾਕਾਂ 'ਚ ਪ੍ਰੋਬਲਮ ਹੈ, ਸੋਚ ਵਿੱਚ ਪ੍ਰੋਬਲਮ ਹੈ। ਜਿਮ ਜਾਂਦਾ ਨੌਜਵਾਨ ਵੀ ਹਾਰਟ ਅਟੈਕ ਹੋ ਰਿਹਾ। ਤੁਸੀਂ ਵੇਖੋ ਕਿੰਨੀਆਂ ਵੀਡੀਓ ਅੱਜ ਕੱਲ ਤਾਂ ਕੈਮਰੇ ਆ, ਮਿੰਟੋ ਮਿੰਟ ਥਾਂ ਥਾਂ ਲੱਗੇ ਹੋਏ ਨੇ। ਜਵਾਨ ਲੜਕੀਆਂ ਨੂੰ ਹਾਰਟ ਅਟੈਕ ਹੋ ਰਹੇ ਨੇ, 20-25-30 ਸਾਲ ਦੇ ਨੌਜਵਾਨ ਨੂੰ। ਕਿਉਂ? ਵਜ੍ਹਾ ਕੀ ਹੈ? ਕਿਉਂਕਿ ਇੱਕ ਸਾਡੀ ਸਰੀਰ ਦੀ ਖੁਰਾਕ ਵਿੱਚ ਵੀ ਪ੍ਰੋਬਲਮ ਹੈ, ਦੂਜੀ ਸਾਡੀ ਮਨ ਦੀ ਖੁਰਾਕ ਵਿੱਚ ਵੀ ਪ੍ਰੋਬਲਮ ਹੈ। ਮਨ ਦੀ ਖੁਰਾਕ ਕਿਹੜੀ ਹੈ? ਜਿਹੜੀ ਆਪਾਂ ਸੁਣ ਰਹੇ ਹੁਣ, ਇਹ ਮਨ ਦੀ ਖੁਰਾਕ ਹੈ। ਮਾੜੀਆਂ ਗੱਲਾਂ ਸੁਣੋਗੇ ਵੀ ਮਨ ਦੀ ਖੁਰਾਕ ਹੈ, ਚੰਗੀਆਂ ਗੱਲਾਂ ਸੁਣੋਗੇ ਵੀ ਮਨ ਦੀ ਖੁਰਾਕ ਹੈ। ਚੰਗੀਆਂ ਗੱਲਾਂ ਸੁਣੋਗੇ ਮਨ ਨੂੰ ਚੰਗੀ ਖੁਰਾਕ ਮਿਲੇਗੀ, ਮਾੜੀਆਂ ਗੱਲਾਂ ਸੁਣੋਗੇ ਮਨ ਨੂੰ ਮਾੜੀ ਖੁਰਾਕ ਮਿਲੇਗੀ। ਹੁਣ ਬਾਣੀ 'ਚ ਕੀ ਲਿਖਿਆ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੰਗਤ ਦਾ ਬੜਾ ਵੱਡਾ ਅਸਰ ਪੈਂਦਾ। ਤੁਸੀਂ ਜਿੱਦਾਂ ਦੀ ਸੁਸਾਇਟੀ ਵਿੱਚ ਰਹਿੰਦੇ ਹੋ, ਤੁਸੀਂ ਕਦੀ ਵੇਖਿਓ ਆਪਣੇ ਬੱਚੇ ਜਿੱਦਾਂ ਦੇ ਉਹ ਦੋਸਤਾਂ ਮਿੱਤਰਾਂ ਵਿੱਚ ਖੇਡਣਗੇ, ਉਦਾਂ ਦੇ ਬੱਚੇ ਤੁਹਾਡੇ ਦਾ ਰਹਿਣ ਸਹਿਣ ਹੋਏਗਾ। ਚੰਗਿਆਂ ਬੱਚਿਆਂ ਨਾਲ ਖੇਡੂਗਾ, ਚੰਗੀ ਸੋਚ ਦਾ ਮਾਲਕ ਬਣੇਗਾ। ਮਾੜਿਆਂ ਨਾਲ ਖੇਡੇਗਾ, ਮਾੜੀ ਸੋਚ ਦਾ ਵਿਅਕਤੀ ਬਣੇਗਾ। ਜਦੋਂ ਵੀ ਕਿਸੇ ਇਨਸਾਨ ਨੂੰ ਚੇਂਜ ਕਰਨਾ, ਸਭ ਤੋਂ ਪਹਿਲਾਂ ਉਹਦੀ ਸੁਸਾਇਟੀ, ਉਹਦੀ ਸੰਗਤ 'ਚ। ਕਈਆਂ ਦੇ ਬੱਚੇ ਨਸ਼ੇ ਕਰਦੇ ਆ, ਉਹ ਵਿਚਾਰੇ ਬੜਾ ਜ਼ੋਰ ਲਾਉਂਦੇ ਆ। ਨਸ਼ੇ ਛੱਡਣ ਤੋਂ ਪਹਿਲਾਂ ਉਹਦੀ ਸੁਸਾਇਟੀ ਚੇਂਜ ਕਰਨੀ ਪਵੇਗੀ, ਉਹਦੀ ਸੰਗਤ ਚੇਂਜ ਕਰਨੀ ਪਵੇਗੀ, ਉਹਦਾ ਚੁਗਰਦਾ, ਉਹਦਾ ਆਲਾ ਦੁਆਲਾ ਵੇਖਣਾ ਪਵੇਗਾ। ਹੁਣ ਭਗਤ ਕਬੀਰ ਜੀ ਕਹਿੰਦੇ ਨੇ, ਅਬ ਕੈਸੇ ਮਰੋ ਮਰਨ ਮਨ ਮਾਨਿਆ। ਇੱਕ ਮੌਤ ਹੈ ਸਰੀਰਕ ਮੌਤ, ਜਦੋਂ ਇਹਦੇ ਵਿੱਚੋਂ ਸਵਾਸ ਨਿਕਲ ਗਿਆ, ਬੰਦਾ ਖਤਮ ਹੋ ਗਿਆ। ਚਾਰ ਬੰਦੇ ਇਕੱਠੇ ਹੋਏ,
ਲੱਕੜਾਂ ਦੇ ਢੇਰ ਤੇ ਰੱਖ ਕੇ ਅੱਗ ਲਾਏ। ਦੂਜੀ ਮੌਤ ਕਿਹੜੀ ਹੈ? ਦੂਜੀ ਮੌਤ ਹੈ ਜਦੋਂ ਬੰਦਾ ਚੰਗੇ ਕੰਮ ਵਾਲੇ ਬੰਨਿਓ ਮਰ ਜਾਂਦਾ ਹੈ ਤੇ ਮਾੜੇ ਕੰਮਾਂ ਵਾਲੇ ਬੰਨੇ ਉਹਦਾ ਜਨਮ ਹੁੰਦਾ, ਜਿਹਨੂੰ ਆਪਾਂ ਰੋਜ਼ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਆਖਾਂ ਜੀਵਾਂ, ਸਾਰੇ ਬੋਲੋ, ਆਖਾਂ ਜੀਵਾਂ। ਜੇ ਮੈਂ ਪ੍ਰਮਾਤਮਾ ਜੀ ਤੁਹਾਡੇ ਗੁਣਾਂ ਅਨੁਸਾਰ ਜੀਵਨ ਜਿਉਂਦਾ ਤੇ ਮੈਂ ਜਿਉਂਦਾ ਵਾਂ, ਮੈਂ ਆਪਣੇ ਆਪ ਨੂੰ ਜਿਉਂਦਾ ਸਮਝਦਾ। ਜੇ ਮੈਨੂੰ ਤੁਸੀਂ ਭੁੱਲ ਜਾਂਦੇ ਹੋ ਤੇ ਮੈਂ ਆਪਣੇ ਆਪ ਨੂੰ ਮਰਿਆ ਹੋਇਆ ਸਮਝਦਾ। ਆਖਾਂ ਜੀਵਾਂ ਵਿਸਰੈ, ਰੱਬ ਤੇ ਬੜਿਆਂ ਲੋਕਾਂ ਨੂੰ ਭੁੱਲਿਆ ਕਿ ਸਾਰੀ ਦੁਨੀਆ ਮਰ ਗਈ ਹੈ। ਇੱਥੇ ਫਿਜ਼ੀਕਲ ਮੌਤ ਦੀ ਗੱਲ ਨਹੀਂ ਹੋ ਰਹੀ, ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ, ਇੱਥੇ ਅੰਦਰੂਨੀ ਮੌਤ ਦੀ ਗੱਲ ਹੋ ਰਹੀ ਹੈ ਕਿ ਬੰਦਾ ਅੰਦਰੋਂ ਮਰ ਚੁੱਕਾ ਹੈ। ਹੁਣ ਐਗਜ਼ਾਮਪਲ ਦੇਣ ਲੱਗਾ, ਇੱਕ ਵਿਅਕਤੀ ਦਾ ਵਿਆਹ ਹੁੰਦਾ ਹੈ, ਲਾਵਾਂ ਹੋਈਆਂ, 5-6 ਸਾਲਾਂ ਬਾਅਦ ਘਰ 'ਚ ਔਲਾਦ ਹੋਈ, ਪਰ ਨਸ਼ਿਆਂ ਦੀ ਆਦਤ ਹੈ ਉਹਨੇ ਨਹੀਂ ਕਦੀ ਆਪਣੇ ਬੱਚਿਆਂ ਦੀ ਸਕੂਲ 'ਚ ਐਡਮਿਸ਼ਨ ਕਰਾਈ, ਨਾ ਉਹਨੂੰ ਆਪਣੇ ਬੱਚਿਆਂ ਬਾਰੇ ਕੋਈ ਪਤਾ ਹੈ। ਘਰ ਵਾਲੀ ਵਿਚਾਰੀ ਲੋਕਾਂ ਦੇ ਬਰਤਨ ਮਾਂਜ ਕੇ, ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ। ਵਿਆਹ ਤੋਂ 20-25 ਸਾਲ ਬਾਅਦ ਉਹਦੇ ਪਤੀ ਦੀ ਡੈਥ ਹੋ ਜਾਂਦੀ ਹੈ। ਜਦੋਂ ਲੋਕ ਉਹਦੇ ਨਾਲ ਅਫਸੋਸ ਕਰਨ ਆਉਂਦੇ ਨੇ, ਇੱਕ ਸ਼ਬਦ ਬੋਲਦੇ ਨੇ, ਭੈਣੇ ਤੇਰੇ ਸਿਰ ਦਾ ਸਾਈਂ ਤੇਰੇ ਸਿਰ ਤੋਂ ਉੱਠ ਗਿਆ। ਇਹ ਸ਼ਬਦ ਬੋਲਦੇ ਨੇ, ਤੂੰ ਵਿਧਵਾ ਹੋ ਗਈ। ਤੇ ਮਨ 'ਚ ਪਤਾ ਕੀ ਸੋਚਦੀ, ਉਹ ਮੂੰਹੋਂ ਤਾਂ ਨਹੀਂ ਕਹਿ ਪਾਉਂਦੀ, ਆਉਂਦੀ ਮੈਂ ਸੁਹਾਗਣ ਹੈ ਹੀ ਕਦੋਂ ਸੀ। ਤੁਹਾਨੂੰ ਲੱਗਦਾ ਮੇਰਾ ਪਤੀ ਅੱਜ ਗਿਆ? ਇਹ ਮੇਰੇ ਬੱਚਿਆਂ ਨੂੰ ਪੁੱਛ ਕੇ ਵੇਖੋ। ਉਹਨੂੰ ਨਹੀਂ ਸੀ ਪਤਾ ਮੇਰੀ ਧੀ ਕਿਹੜੇ ਸਕੂਲ 'ਚ ਪੜ੍ਹਦੀ, ਉਹਨੂੰ ਨਹੀਂ ਸੀ ਪਤਾ ਮੇਰਾ ਪੁੱਤ ਕਿਹੜੇ ਸਕੂਲ 'ਚ ਪੜ੍ਹਦਾ। ਉਹਨੇ ਕਦੀ ਆਪਣੇ ਹੱਥੀਂ ਲਿਆ ਕੇ ਰਾਸ਼ਨ ਨਹੀਂ ਘਰ ਬੱਚਿਆਂ ਨੂੰ ਖਵਾਇਆ। ਤੁਸੀਂ ਕੀ ਸਮਝੋ ਮੈਂ ਸੁਹਾਗਣ ਸੀ? ਮੇਰਾ ਪਤੀ ਤੇ ਵਿਆਹ ਤੋਂ 5-6 ਸਾਲ ਬਾਅਦ ਹੀ ਦੁਨੀਆ ਤੋਂ ਚਲਾ ਗਿਆ ਸੀ। ਉਹਦੇ ਇਹ ਕੀ ਸੀ? ਕਹਿੰਦੇ ਲਾਸ਼ ਤੁਰੀ ਫਿਰਦੀ ਸੀ। ਬਾਣੀ ਜਿਉਂਦਾ ਕਿਹਨੂੰ ਮੰਨਦੀ ਹੈ ਜੀ? ਸੋ ਜੀਵਿਆ, ਬੋਲੋ ਸਾਰੇ, ਸੋ ਜੀਵਿਆ। ਅਸੀਂ ਨਾ ਕਈ ਵਾਰੀ ਜਿਹੜਾ ਬੰਦਾ ਨਕੰਮਾ ਹੋਵੇ ਉਹਨੂੰ ਪਸ਼ੂ ਕਹਿ ਦਿੰਦੇ ਆ। ਕਦੀ ਵੇਖਿਓ ਤੁਸੀਂ ਘਰਾਂ 'ਚ ਆਪਣੇ ਬਜ਼ੁਰਗ ਆਵੇ, ਪਸ਼ੂਆ ਕੋ ਚੰਗੇ ਕਹੋ, ਡੰਗਰਾ, ਇਦਾਂ ਸ਼ਬਦ ਬੋਲਦੇ। ਕਈ ਵਾਰੀ ਆਪਾਂ ਉਹ ਨਕੰਮੇ ਤੋਂ ਨਕੰਮੇ ਬੰਦੇ ਨੂੰ ਆਪਾਂ ਕੀ ਸ਼ਬਦ ਬੋਲਦੇ ਆਪਾਂ? ਡੰਗਰ, ਉਹ ਪਸ਼ੂਆਂ ਵਾਲੇ ਕੰਮ ਕਰਦਾ। ਕਿਸੇ ਨਕੰਮੇ ਬੰਦੇ ਨੂੰ, ਜਿਹੜਾ ਬੰਦੇ ਨੇ ਕਦੀ ਆਪਣੇ ਬੱਚਿਆਂ ਨੂੰ ਸਕੂਲ ਫੀਸ ਨਾ ਦਿੱਤੀ ਹੋਵੇ, ਕਦੀ ਘਰ ਲਿਆ ਕੇ ਰੋਟੀ ਨਾ ਖਵਾਈ ਹੋਵੇ, ਕਦੀ ਉਲਟਾ ਔਰਤ ਨੂੰ ਮਾਰਿਆ ਕੁੱਟਿਆ ਹੋਵੇ ਨਸ਼ੇ ਬਦਲੇ, ਉਹਨੂੰ ਅਸੀਂ ਡੰਗਰ ਕਹਿ ਦਈਏ, ਪਸ਼ੂ ਕਹਿ ਦਈਏ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਤੁਸੀਂ ਪਸ਼ੂ ਦਾ ਅਪਮਾਨ ਕੀਤਾ ਉਹਨੂੰ ਪਸ਼ੂ ਕਹਿ ਕੇ। ਕਿਵੇਂ? ਕਿਸੇ ਕਿਸਾਨ ਨੇ 10 ਮੱਝਾਂ ਰੱਖੀਆਂ, 5 ਗਾਵਾਂ ਰੱਖੀਆਂ, ਇੰਨੇ ਡੰਗਰ ਰੱਖ ਕੇ ਉਹਨੇ ਪੱਠੇ ਪਾਏ, ਉਹਨਾਂ ਦਾ ਦੁੱਧ ਵੇਚ ਕੇ ਜਿਹੜੇ ਤੋਂ ਪੈਸੇ ਮਿਲੇ ਉਹਨੇ ਆਪਣੇ ਬੱਚੇ ਪੜ੍ਹਾਏ ਵੀ, ਲਿਖਾਏ ਵੀ, ਰਾਸ਼ਨ ਵੀ ਲੈ ਕੇ ਆਂਦਾ, ਗੱਡੀ ਵੀ ਕਢਾਈ, ਉਹਦੀਆਂ ਕਿਸ਼ਤਾਂ ਵੀ ਤਾਰਦਾ। ਤੇ ਜਦੋਂ ਤੁਸੀਂ ਕਿਸੇ ਨਕੰਮੇ ਬੰਦੇ ਨੂੰ ਪਸ਼ੂ ਕਿਹਾ ਤੇ ਲੱਗਿਓ ਪਸ਼ੂ, ਜੇ ਜ਼ੁਬਾਨ ਹੁੰਦੀ ਤੇ ਜ਼ਰੂਰ ਬੋਲਦੇ, ਉਹ ਇਹਨੂੰ ਤੁਸੀਂ ਪਸ਼ੂ ਕਹਿ ਕੇ ਸਾਡਾ ਅਪਮਾਨ ਕੀਤਾ ਹੈ। ਅਸੀਂ ਤਾਂ 10-15 ਮੱਝਾਂ ਗਾਵਾਂ ਰਲ ਕੇ ਐਸ ਕਿਸਾਨ ਦਾ ਸਾਰੇ ਘਰ ਦਾ ਖਰਚਾ ਚੁੱਕਿਆ, ਆ ਤੇ ਜਿਹਨੂੰ ਵਿਆਹ ਕੇ ਲਿਆ ਸੀ ਉਹਦਾ ਭਾਰ ਵੀ ਨਹੀਂ ਚੱਕ ਸਕਿਆ। ਅਸੀਂ ਪਸ਼ੂ ਕਹਿ ਦਿੰਦੇ ਹਾਂ। ਉਹ ਪਸ਼ੂ ਤੇ ਵੀ ਗੁੱਸਾ ਕਰਦਾ। ਬਾਣੀ ਆਂਦੀ ਪਸ਼ੂ ਤੋਂ ਵੀ ਕੋਈ ਨੀਵਾਂ ਸ਼ਬਦ ਹੈਗਾ ਤੇ ਉਹ ਬੋਲੋ ਐਸੇ ਇਨਸਾਨ ਲਈ। ਜਦੋਂ ਜੂਨਾਂ ਦੀ ਸਮਝ ਆ ਗਈ ਨਾ ਸਾਨੂੰ, ਅਸੀਂ ਤਾਂ ਮਰਨ ਤੋਂ ਬਾਅਦ ਚੜਾਈ ਅਰਦਾਸਾਂ ਕਰਦੇ ਵੀ ਮਹਾਰਾਜ ਵਿੰਗੀਆਂ ਤੜਿੰਗੀਆਂ ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾਇਓ। ਭਾਗਾ ਵਾਲੇ ਜੂਨਾਂ ਭੋਗ ਰਹੇ ਆ। ਜੂਨ ਕੀ ਹੈ? ਧਿਆਨ ਨਾਲ ਸੁਣਿਓ। ਹੁਣ ਪ੍ਰੋਬਲਮ ਇਹ ਆ ਕਿ ਅਸੀਂ ਸਾਲਾਂ ਬੱਧੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਕਦੀ ਰਮਾਲਾ ਜਾ ਕੇ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵਿੱਚ ਮੇਰੇ ਬਾਪੂ ਨੇ ਮੇਰੇ ਲਈ ਉਪਦੇਸ਼ ਕੀ ਲਿਖਿਆ। ਹੁਣ ਮੱਛੀ ਨੂੰ ਜ਼ੁਬਾਨ ਦਾ ਚਸਕਾ ਹੈ। ਹੁਣ ਸਵਾਲ ਆਏਗਾ, ਬੰਦੇ ਨੂੰ ਜ਼ੁਬਾਨ ਦਾ ਚਸਕਾ ਨਹੀਂ? ਬੰਦੇ ਨੂੰ ਜ਼ੁਬਾਨ ਦਾ ਚਸਕਾ ਹੈ। ਸਮੁੰਦਰ ਦਾ ਪਾਣੀ ਕਿੰਨਾ ਗਹਿਰਾ ਹੈ, ਏਡੇ ਵੱਡੇ ਗਹਿਰੇ ਪਾਣੀ ਚੋਂ ਮੱਛੀ ਨੂੰ ਕੋਈ ਬਾਹਰ ਕੱਢ ਕੇ ਲਿਆ ਸਕਦਾ ਸੀ? ਪਰ ਮੱਛੀ ਨੂੰ ਬਾਹਰ ਕੱਢਣ ਵਾਲੇ ਨੂੰ ਉਹਦੀ ਕਮਜ਼ੋਰੀ ਦਾ ਪਤਾ ਸੀ ਕਿ ਇਹ ਜ਼ੁਬਾਨ ਦੀ ਰਸ ਕਰਕੇ ਇਹਨੇ ਫਸ ਜਾਣਾ। ਉਹਨੇ ਕੁੰਡੀ ਲਈ, ਉਹਦੇ ਤੇ ਮਾਸ ਦੀ ਬੋਟੀ ਜਾਂ ਆਟਾ ਲਾਇਆ, ਉਹਨੇ ਪਾਣੀ 'ਚ ਸੁੱਟਿਆ। ਮੱਛੀ ਨੇ ਭੱਜ ਕੇ ਜਾ ਕੇ ਉਸ ਬੋਟੀ ਨੂੰ ਮੂੰਹ 'ਚ ਪਾਇਆ, ਪਰ ਉਹਨੂੰ ਤੱਤੀ ਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਥੱਲੇ ਕੁੰਡੀ ਹੈ। ਜਦੋਂ ਉਹਨੇ ਜਦ ਬੋਟੀ ਮੂੰਹ 'ਚ ਪਾਈ ਤੇ ਫੜਨ ਵਾਲਾ ਜਿਹੜਾ ਉਹ ਤਾਰ ਲਈ,
ਉਹਨੇ ਖਿੱਚ ਕੇ ਬਾਹਰ ਤੇ ਚਬਾੜੇ 'ਚ ਫਸ ਗਈ, ਮੱਛੀ ਨੂੰ ਖਿੱਚ ਕੇ ਬਾਹਰ ਲੈ ਆਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਅਤ ਸਿਆਣੀ ਸੋਹਣੀ। ਹੈਗੀ ਸਿਆਣੀ ਆਪਣੇ ਆਪ 'ਚ ਬੜੀ ਸੋਹਣੀ ਸੀ, ਪਰ ਕੀਤੇ ਕਾਰਨ ਪਕੜੀ, ਆਪਣੇ ਕੀਤੇ ਕਾਰਨ ਫੜੀ ਗਈ। ਸਮੁੰਦਰ 'ਚੋਂ ਮੱਛੀ ਨੂੰ ਕੋ ਬਾਹਰ ਕੱਢਣ ਗਿਆ ਸੀ ਉੱਥੇ। ਕਮਾਲ ਦੀ ਗੱਲ ਵੇਖੋ, ਮੱਛੀ ਨੂੰ ਫੜਨ ਵਾਲਾ ਪਾਣੀ 'ਚ ਨਹੀਂ ਜਾਂਦਾ, ਆ ਬਸ ਸੁੱਕੇ ਥਾਂ ਤੇ ਬੈਠਾ ਆਂਦਾ ਕੁੰਡੀ ਪਾਈ ਇਹਨੇ ਆਪੇ ਆਉਣਾ ਹੈ। ਅੱਛਾ, ਮੱਛੀ ਨੂੰ ਜ਼ਬਾਨ ਦਾ ਚਸਕਾ ਬਾਹਰ ਲੈ ਆਇਆ। बड़े बड़े अफसर 50,000 सैलरी, 70,000 सैलरी, 1.5 लाख सैलरी, फड़न वाले की करते अगले 5,000 रिश्वत, 10,000 रिश्वत, 20,000 रिश्वत वो भेजते इदा। चलो बंदे नूं एडी आदत पै जाती आ वो बोटी खाण दी, कदी कदी फिर थले कुंडी भी ला दिंदी, वो कुंडी डाउंदे आ, बंदा उस आदत दे नाल बोटी मूँह च पाउंदा, अगला कहंदा आ जा बाहर खिंच के, फिर इदां गुੱਟ फड़दे इत्थों आण के। नोटां दे नंबर भी दसदे ने कि भाई साहब आ जिहड़े तुहाडी जेब च नोट ने, जे तुहाडे सी साडे कोल नंबर कित्थों आए, तुहाडी जेब च किन्ने नोट आ, असीं ये भी दस सकदे हां, इहदे नंबर दसांगे। उस तो बाद अगली गल गुੱਟ फड़ के आंदे आ पानी है, ਇਹਦੇ ਵਿੱਚ ਸਾਡਾ ਵਿਅਕਤੀ ਹੱਥ ਪਾਏਗਾ, ਪਾਣੀ ਦਾ ਕਲਰ ਚੇਂਜ ਨਹੀਂ ਹੋਏਗਾ, ਤੁਸੀਂ ਹੱਥ ਪਾਓ ਇਹਦੇ ਵਿੱਚ। ਹੁਣ ਨੋਟਾਂ ਨੂੰ ਰੰਗ ਲੱਗਾ, ਜੋ ਅਗਲਿਆਂ ਨੇ ਵਿੱਚ ਹੱਥ ਪਾਇਆ ਇਦਾਂ ਨਾਲ ਨਾਲ ਹੀ ਵੀਡੀਓ, ਅੱਜ ਕੱਲ ਤੇ ਇੰਟਰਨੈਟ ਤੇ ਵੀਡੀਓ ਬਣੀਆਂ ਪਈਆਂ ਨੇ, ਉਹ ਜਿਉਂ-ਜਿਉਂ ਪਾਣੀ 'ਚ ਇਦਾਂ ਹੱਥ ਲਾਉਂਦੇ ਆ ਨਾਲ ਨਾਲ ਹੀ ਪਾਣੀ ਦਾ ਕਲਰ ਚੇਂਜ ਹੁੰਦਾ ਜਾਂਦਾ ਹੈ। ਉਧਰੋਂ ਪਾਣੀ ਦਾ ਰੰਗ ਬਦਲਦਾ ਤੇ ਨਾਲ ਨਾਲ ਬੰਦੇ ਦਾ ਰੰਗ ਵੀ। ਬੋਲੋ ਭਾਈ, ਹੁਣ ਇਹੋ ਜਿਹਾ ਬੰਦਾ ਆਣ ਕੇ ਕਿਸੇ ਗੁਰਦੁਆਰੇ ਦੇ ਗ੍ਰੰਥੀ ਨੂੰ, ਪ੍ਰਚਾਰਕ ਨੂੰ, ਰਾਗੀ ਨੂੰ ਪੁੱਛੇ ਉਹ ਮੱਛੀ ਦੀ ਜੂਨ ਹੁੰਦੀ ਹੈ, ਉਹਨੂੰ ਕਹੇਗਾ ਭਰਾਵਾ ਮੱਛੀ ਦੀ ਜੂਨ ਹੁੰਦੀ ਨਹੀਂ, ਮੱਛੀ ਦੀ ਜੂਨ ਤੂੰ ਭੋਗ ਰਿਹਾ ਵਾ। ਰਿਸ਼ਵਤ 5-7 ਹਜ਼ਾਰ ਲੈਂਦਾ, 1 ਲੱਖ ਦੀ ਸੈਲਰੀ ਵਾਲਾ ਫੜਿਆ ਗਿਆ। ਅੱਗੇ ਚਲੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਪਿਆਰਾ ਸ਼ਬਦ ਹੈ ਮ੍ਰਿਗ। ਮ੍ਰਿਗ ਹਿਰਨ ਨੂੰ ਸੁਣਨ ਦਾ ਚਸਕਾ, ਬੰਦੇ ਨੂੰ ਸੁਣਨ ਦਾ ਚਸਕਾ ਨਹੀਂ। ਘੰਟਿਆਂ ਬੱਧੀ ਮਾੜਿਆਂ ਦੀਆਂ ਮਾੜੀਆਂ ਗੱਲਾਂ ਸੁਣੀ ਜਾਂਦਾ। ਪਾਠ ਸੁਣਨਾ ਹੋਵੇ ਤੇ ਨੀਂਦ ਆਉਂਦੀ ਇਹਨੂੰ, ਗੁਰਬਾਣੀ ਦਾ ਕੀਰਤਨ ਸੁਣਨਾ ਹੋਵੇ, ਵਿਚਾਰਾਂ ਸੁਣਨੀਆਂ ਹੋਣ ਤੇ ਨੀਂਦ ਆਉਂਦੀ ਹੈ। ਤੇ ਮਾੜੀਆਂ ਗੱਲਾਂ ਮੇਰੇ ਖਿਆਲ 'ਚ 3-4 ਘੰਟੇ ਬਹਿ ਕੇ ਵੀ ਬੰਦਾ ਸੁਣ ਸਕਦਾ। ਮ੍ਰਿਗ ਮੀਨ ਮੱਛੀ, ਮੱਛੀ ਨੂੰ ਜ਼ੁਬਾਨ ਦਾ ਚਸਕਾ, ਹਿਰਨ ਨੂੰ ਸੁਣਨ ਦਾ ਚਸਕਾ। ਮ੍ਰਿਗ ਮੀਨ ਭ੍ਰਿੰਗ, ਭ੍ਰਿੰਗ ਭੌਰਾ, ਭੌਰੇ ਨੂੰ ਸੂਹਣ ਦਾ ਚਸਕਾ। ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗੇ ਨੂੰ ਵੇਖਣ ਦਾ, ਬੰਦੇ ਨੂੰ ਵੀ ਵੇਖਣ ਦਾ ਪ੍ਰਾਰੂਪ ਤੱਕਦਾ ਹੈ। ਆਪਣੀ ਧੀ, ਮਾਫ ਕਰਨਾ ਆਪਾਂ ਧੀਆਂ ਵਾਲੇ ਬੈਠੇ ਆ, ਮੇਰੀ ਭੈਣ ਦੀ ਉਮਰ ਦੀਆਂ ਬੈਠੀਆਂ ਨੇ। ਇਨਸਾਨ ਆਪਣੀ ਧੀ ਦੇ ਗੱਲ ਲੱਗਦਾ, ਧੀ ਬਾਪ ਦੇ ਗੱਲ ਲੱਗਦੀ ਹੈ, ਭੈਣ ਭਰਾ ਦੇ ਗੱਲ ਲੱਗਦੀ ਹੈ। ਕਦੀ ਬ੍ਰੇਨ 'ਚ ਗਲਤ ਮੈਸੇਜ ਗਿਆ? ਪਤਾ ਹੈ ਅਸੀਂ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋਏ ਆ। ਬਗਾਨੀ ਧੀ ਭੈਣ 10 ਕਦਮ ਦੂਰ ਵੀ ਖਲੋਤੀ ਹੋਵੇ, ਵਕਾਰ ਕਿਉਂ ਆਉਂਦੇ ਨੇ? ਕਿਉਂਕਿ ਬ੍ਰੇਨ ਨੂੰ ਮੈਸੇਜ ਆਂਦਾ ਇਹ ਕਿਹੜਾ ਆਪਣਾ ਖੂਨ ਹੈ, ਇਹ ਕਿਹੜੀ ਜੂਨ ਹੈ? ਇਹ ਪਤੰਗੇ ਦੀ ਜੂਨ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ, ਕੁੰਚਰ, ਕੁੰਚਰ ਕਹਿੰਦੇ ਹਾਥੀ ਨੂੰ। ਹਾਥੀ ਇੰਨਾ ਤਾਕਤਵਰ ਜਾਨਵਰ ਹੈ, ਕੋਈ ਬੰਦਾ ਉਹਦੇ ਪਿੱਠ ਤੇ ਸਵਾਰੀ ਨਹੀਂ ਕਰ ਸਕਦਾ, ਪਰ ਉਹਨੂੰ ਫੜਨ ਵਾਸਤੇ ਅਗਲਿਆਂ ਨੇ ਪਹਿਲਾਂ ਉਹਦੀ ਕਮਜ਼ੋਰੀ ਜਾਣੀ ਕਿ ਕਾਮੀ ਹੈ। ਅੱਜ ਕੱਲ ਤਾਂ ਜੰਗਲ ਨਹੀਂ ਰਹੇ, ਡਿਸਕਵਰੀ ਚੈਨਲ ਤੇ ਜਾ ਕੇ ਵੇਖ ਲਿਓ। ਹਾਥੀ ਨੂੰ ਫੜਨ ਵਾਸਤੇ ਨਾ, ਹਾਥੀ ਨੂੰ ਫੜਨ ਵਾਸਤੇ ਪਹਿਲਾਂ ਉਹਦੀ ਕਮਜ਼ੋਰੀ ਜਾਣੀ, ਕਿਉਂਕਿ ਹਾਥੀ ਕਾਮੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਕਾਲ ਬੂਤ ਕੀ ਹਸਤਨੀ। ਪੜੋ ਸਾਰੇ, ਕਾਲ ਬੂਤ ਕੀ ਹਸਤਨੀ। ਕਲਬੂਤ ਕਹਿੰਦੇ ਢਾਂਚੇ ਨੂੰ। ਅੱਜ ਜਦੋਂ ਆਪਾਂ ਝੋਨਾ ਬੀਜਦੇ ਆ, ਝੋਨਾ ਲਾਉਣੇ ਤੋਂ ਪਹਿਲਾਂ ਪਨੀਰੀ ਬੀਜੀ ਦੀ ਆ ਨਾ, ਤੇ ਪਨੀਰੀ ਬੀਜਣ ਵੇਲੇ ਜਦੋਂ ਪਨੀਰੀ ਬੀਜਦੇ ਉਹਦੇ ਚ ਇੱਕ ਢਾਂਚਾ ਜਿਹਾ ਗੱਡ ਦਿੰਦੇ ਹੁੰਦੇ ਸੀ। ਇਦਾਂ ਪਤਾ ਹੋਣਾ ਜਿਹੜੇ ਵੀਰ ਝੋਨਾ ਲਾਉਂਦੇ ਆ, ਉਹ ਕਾਹਦੇ ਲਈ ਗੱਡੀ ਦਾ ਢਾਂਚਾ ਗੱਡ ਕੇ ਉਹਦੇ ਉੱਤੇ ਪੁਰਾਣਾ ਕੋਈ ਭਾਈਏ ਦਾ, ਬਾਪੂ ਦਾ ਕੁੜਤਾ ਪਿਆ ਹੋਣਾ, ਲਿਆ ਕੇ ਉਹ ਢਾਂਚੇ ਤੇ ਗਲ ਪਾ ਦੇਣਾ, ਸਿਰ ਤੇ ਪਰਨਾ ਬੰਨ੍ਹ ਦੇਣਾ। ਕਾਹਦੇ ਲਈ ਭਲਾ? ਵੀ ਪੰਛੀਆਂ ਨੂੰ ਇਹ ਭੁਲੇਖਾ ਲੱਗੇ ਵੀ ਕੋਈ ਬੰਦਾ ਕਿਸਾਨ ਖੇਤ ਵਿੱਚ ਖੜਾ। ਉਹ ਢਾਂਚਾ ਉਹਨੂੰ ਕਹਿੰਦੇ ਢਾਂਚਾ, ਕਲਬੂਤ ਕਹਿੰਦੇ ਆ, ਅਸਲੀ ਨਹੀਂ ਕਲਬੂਤ। ਹੁਣ ਏਦਾਂ ਹੀ ਨਕਲੀ ਹਥੜੀ ਦਾ ਕਲਬੂਤ ਬਣਾ ਕੇ ਧਰਤੀ 'ਚ ਖੱਡਾ ਪੱਟ ਕੇ ਉੱਤੇ ਰੱਖ ਦਿੱਤਾ। ਹਾਥੀ ਕਾਮ ਵਾਸ਼ਨਾਵਾਂ 'ਚ ਅੰਨਾ ਹੋਇਆ ਹੁੰਦਾ ਤੇ ਉਸ ਖੱਡੇ ਵਿੱਚ ਡਿੱਗ ਪੈਂਦਾ।
ਉਹਨੂੰ ਭੁੱਖਾ ਪਿਆਸਾ ਰੱਖਦੇ ਆ, ਫਿਰ ਬਾਹਰ ਕੱਢਦੇ ਆ। ਕਈ ਦਿਨ ਉਹਨੂੰ ਭੁੱਖਾ ਪਿਆਸਾ ਰੱਖਣ ਤੋਂ ਬਾਅਦ ਹੌਲੀ ਹੌਲੀ ਟ੍ਰੇਨਿੰਗ ਦਿੰਦੇ ਆ। ਅੱਜ ਸਰਕਸ ਵਿੱਚ ਫੁੱਟਬਾਲ ਖੇਡਦਾ ਪਿਆ, ਉਹਦੀ ਪਿੱਠ ਤੇ ਨਿਆਣੇ ਚੜੇ ਫਿਰਦੇ ਆ। ਇੱਕ ਮੁਹਾਵਤ, ਇਧਰੋਂ ਕੁੰਡਾ ਮਾਰਦਾ ਤੇ ਹਾਥੀ ਐਨੂੰ ਮੁੜ ਜਾਂਦਾ। ਉਹ ਕਿਸੇ ਨੇ ਹਾਥੀ ਨੂੰ ਸਵਾਲ ਕੀਤਾ, ਉਹ ਹਾਥੀ ਉਹ ਇੰਨਾ ਤਾਕਤਵਰ ਸੈਂ ਤੂੰ, ਉਹ ਤੇਰੀ ਪਿੱਠ ਤੇ ਜਵਾਬ ਚੜੇ ਫਿਰਦੇ ਆ, ਕਿਉਂ? ਹਾਥੀਆਂ ਦਾ ਇੱਕ ਕਮਜ਼ੋਰੀ ਮੈਨੂੰ ਇਹਨਾਂ ਲੋਕਾਂ ਦੇ ਅਧੀਨ ਕਰ ਗਈ। ਬੰਦਿਆ ਤੇਰੇ 'ਚ ਕਮਜ਼ੋਰੀ ਨਾ ਹੋਵੇ, ਤੇਰੀ ਪਿੱਠ ਤੇ ਕੋਈ, ਉੱਚੀ ਬੋਲੋ ਪਿਆਰਿਓ, ਅੱਜ ਤੇਰੀ ਪਿੱਠ ਤੇ ਜੇ ਕੋਈ ਗੰਦਾ ਵਿਅਕਤੀ ਸਵਾਰ ਹੈ ਤੇ ਪਹਿਲਾਂ ਮੰਨੀ ਜ਼ਰੂਰ ਕਿ ਤੇਰੀ ਕੋਈ ਨਾ ਕੋਈ ਕਮਜ਼ੋਰੀ ਹੈ ਉਹਦੇ ਕੋਲ, ਵੀਕਨੈਸ, ਕਮਜ਼ੋਰੀ। ਕਮਜ਼ੋਰੀ ਨਾ ਹੋਵੇ ਤੇ ਸਧਾਰਨ ਬੰਦਾ ਅੱਖ ਚੱਖ, ਜੇ ਤੁਹਾਡੀ ਕਮਜ਼ੋਰੀ ਨਾ ਹੋਵੇ ਤੇ ਦਫ਼ਤਰ 'ਚ ਖਲੋਤਾ ਬੰਦਾ, ਸਿਪਾਹੀ ਵੀ ਆਪਣੇ ਵੱਡੇ ਅਫਸਰ ਦੀਆਂ ਅੱਖਾਂ ਚੱਖਾਂ ਪਾ ਗੱਲ ਕਰਦਾ। ਤੇ ਕਮਜ਼ੋਰੀ ਹੋਵੇ ਤੇ ਅਫਸਰ ਵੀ ਸਿਰ ਸੁੱਟ ਜਾਂਦਾ ਆਪਣੇ ਸਿਪਾਹੀ ਦੇ ਅੱਗੇ ਵੀ, ਬਾਹਰ ਜਾ ਕੇ ਨਾ ਦੱਸੀ, ਦੱਸ ਉਹਦਾ ਕਿਹੜਾ ਚਾਹੀਦਾ। ਕਮਜ਼ੋਰੀ ਹੋਵੇ, ਬਾਪ ਆਪਣੇ ਪੁੱਤਰ ਨਾਲ ਨਿਗਾਹ ਨਹੀਂ ਮਿਲਾ ਸਕਦਾ। ਬੰਦੇ 'ਚ ਕਮਜ਼ੋਰੀ ਨਾ ਹੋਵੇ ਤੇ ਬਾਦਸ਼ਾਹ ਦੀਆਂ ਵੀ ਅੱਖਾਂ ਚੱਖਾਂ ਪਾ ਕੇ ਗੱਲਾਂ ਹੁੰਦੀਆਂ ਨੇ। ਇਤਿਹਾਸ ਗਵਾਹ ਹੈ, ਕਾਈ ਅੱਖਾਂ ਚੱਖਾਂ ਪਾ ਗੱਲ ਕਰਦਾ ਜਹਾਂਗੀਰ ਨਾਲ, ਕੋਈ ਕਮਜ਼ੋਰੀ ਨਹੀਂ ਸੀ। ਅੱਜ ਕਮਜ਼ੋਰੀ ਮਾਰ ਗਈ ਸਾਨੂੰ। ਆ ਬੜੇ ਬੜੇ ਗੈਂਗਾ ਪੋਲੀਟੀਕਲ ਪਾਰਟੀਆਂ ਕੀ ਪਹਿਲਾਂ ਅਗਲੀ ਵੀਕਨੈਸ, ਆ ਤੁਸੀਂ ਵੇਖਿਓ ਵੀਡੀਓ ਸਾਰਿਆਂ ਕੋਲ ਸਾਰਿਆਂ ਦੀਆਂ ਹੁੰਦੀਆਂ ਨੇ, ਕੱਢਦੇ ਉਦੋਂ ਨੇ ਜਦੋਂ ਅੱਗੇ ਤੁਸੀਂ ਬੋਲਦੇ ਹੋਣਾ, ਜਦੋਂ ਉਹਨਾਂ ਦੀ ਉਹ ਗੱਲ ਨਹੀਂ ਮੰਨਦਾ। ਵੀਕਨੈਸ ਜਾਣਦੇ ਅਗਲੇ ਨੂੰ ਪਤਾ ਇਹਨੂੰ ਦਬਾਉਣਾ ਕਿੱਥੋਂ ਆ। ਫੋਨ ਦੀਆਂ ਰਿਕਾਰਡਿੰਗਾਂ ਅਗਲੇ ਆਪਣੇ ਕੋਲ ਰੱਖਦੇ ਆ, ਆਂਦੇ ਜੇ ਤੇ ਗੱਲ ਮੰਨ ਗਿਆ ਤੇ ਠੀਕ ਹੈ। ਸਾਰੀ ਜ਼ਿੰਦਗੀ ਸਹਿਮ 'ਚ ਬੰਦਾ ਜ਼ਿੰਦਗੀ ਜਿਉਂਦਾ। ਸਹਿਮ ਕੀ ਹੈ? ਇਹੋ ਤੇ ਸਹਿਮ ਹੈ। ਮਰਨਾ ਕੀ ਹੈ? ਸਰੀਰ ਤੇ ਫੱਟੇ ਤੇ ਲੰਮਾ ਤਾਂ ਪਤਾ ਨਹੀਂ ਕਿੰਨਿਆਂ ਸਾਲਾਂ ਬਾਅਦ ਜਾ ਕੇ ਪੈਣਾ ਹੈ। ਬੰਦਾ ਪੈਰ ਪੈਰ ਤੇ ਰੋਜ਼ ਮਰ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਸੋ ਜੀਵਿਆ ਜਿਨ ਮਰਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਪਾਤਸ਼ਾਹ ਜੀ ਕਹਿੰਦੇ ਨੇ ਇੱਕ ਮੌਤ ਹੈ, ਜਿਹੜੀ ਮੌਤ ਮੈਂ ਚੰਗੇ ਕੰਮਾਂ ਵਾਲੇ ਬੰਨੇ ਜੀ ਪਿਆ ਤੇ ਮਾੜੇ ਕੰਮਾਂ ਵਾਲੇ ਬੰਨੇ ਮਰ ਗਿਆ, ਜਿਹਨੂੰ ਬਾਣੀ ਸੰਜੋਗ ਤੇ ਵਿਯੋਗ ਕਹਿੰਦੇ ਆ। ਪੂਰੀ ਦੁਨੀਆ ਦੋ ਸ਼ਬਦਾਂ ਤੇ ਚੱਲਦੀ ਹੈ, ਸੰਜੋਗ ਵਿਯੋਗ। ਸੰਜੋਗ ਕਹਿੰਦੇ ਜੁੜਨਾ ਤੇ ਵਿਯੋਗ ਕਹਿੰਦੇ ਵਿਛੜਨਾ। ਇੱਕੋ 에ਅਰਪੋਰਟ ਹੈ, ਉੱਥੇ ਸੰਜੋਗ ਹੋ ਰਿਹਾ, ਉੱਥੇ ਵਿਯੋਗ ਹੋ ਰਿਹਾ। ਇੱਕ ਪਰਿਵਾਰ ਹੱਸ ਰਹੇ ਆ ਜਿਹੜੇ ਲੈਣ ਆਏ ਆ ਕਿਸੇ ਨੂੰ, ਬਾਹਰੋਂ ਆਇਆ, ਤੇ ਇੱਕਾਂ ਦੇ ਅੱਖਾਂ 'ਚ ਅਥਰੂ ਆ ਜਿਹੜੇ ਅੱਜ ਤੋਰਨ ਜਾ ਰਹੇ ਆ। ਇੱਕੇ 에ਅਰਪੋਰਟ ਤੇ ਸੰਜੋਗ ਤੇ ਵਿਯੋਗ ਦੋਵੇਂ ਸ਼ਬਦ ਹੀ ਵਾਪਰ ਰਹੇ। ਧੀ ਪੇਕੇ ਘਰੋਂ ਜਾਣ ਲੱਗੇ ਅੱਖਾਂ 'ਚ ਅਥਰੂ ਕਿਉਂ ਹੁੰਦੇ ਨੇ? ਕਿਉਂਕਿ ਵਿਯੋਗ ਹੈ। ਅੱਜ ਮਾਂ ਤੋਰਨ ਲੱਗੀ ਆ, 20 25 30 ਸਾਲ ਜਿਸ ਧੀ ਨੂੰ ਪੇਕੇ ਰੱਖਿਆ ਸੀ ਉਹਨੇ, ਅੱਜ ਵਿਯੋਗ ਹੈ ਨਾ। ਅੱਜ ਬਾਪ ਦਾ ਕਲੇਜਾ ਫਟ ਰਿਹਾ ਧੀ ਤੋਰਨ ਲੱਗਿਆ, ਪਰ ਦੂਜੇ ਬੰਨੇ ਅੱਜ ਖੁਸ਼ੀ ਹੈ, ਉਹ ਪਾਣੀ ਵਾਰ ਰਹੇ ਨੇ, ਹੁਣ ਚਾਹ ਚੜਿਆ ਪਿਆ। ਇੱਕ ਇਧਰੋਂ ਵਿਯੋਗ ਹੈ, ਉਧਰੋਂ ਸੰਜੋਗ ਹੈ। ਸੰਜੋਗ ਤੇ ਵਿਯੋਗ ਦੋ ਸ਼ਬਦਾਂ ਦੇ ਸਿਰ ਤੇ ਸਾਰਾ ਸੰਸਾਰ ਚੱਲਦਾ ਹੈ। ਧਿਆਨ ਨਾਲ ਸੁਣਿਓ ਗੱਲ ਤਾਂ ਕਿ ਸਮਝ ਪੈ ਜਾਏ। ਹੁਣ ਜਾਂ ਤੇ ਮੇਰਾ ਚੰਗੇ ਬੰਨੇ ਸੰਜੋਗ ਹੋਏਗਾ, ਮਾੜੇ ਬੰਨੇ ਵਿਯੋਗ ਹੋ ਜਾਏਗਾ, ਜਾਂ ਮੇਰਾ ਮਾੜੇ ਬੰਨੇ ਸੰਜੋਗ ਹੋਏਗਾ ਤੇ ਚੰਗੇ ਬੰਨੇ ਵਿਯੋਗ ਹੋ ਜਾਏਗਾ। ਹੁਣ ਮੰਨ ਲਓ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲੱਗ ਪਿਆ, ਚੰਗੇ ਕੰਮ ਕਰਨ ਲੱਗ ਪਿਆ, ਅੱਜ ਉਹਦਾ ਚੰਗੇ ਕੰਮਾਂ ਵਾਲੇ ਬੰਨੇ ਹੋ ਗਿਆ, ਸੰਜੋਗ ਮਿਲ ਗਿਆ। ਤੇ ਜਿਨ੍ਹਾਂ ਨਾਲ ਮਾੜਿਆਂ ਨਾਲ ਮਾੜੇ ਕੰਮ ਕਰਦਾ ਸੀ ਜਾ ਕੇ, ਅੱਜ ਉਹ ਡੀਕਦੇ, ਅੱਜ ਆਇਆ ਨਹੀਂ ਯਾਰ, ਅੱਜ ਉਧਰੋਂ ਕੀ ਹੋ ਗਿਆ? ਵਿਯੋਗ ਹੋ ਗਿਆ। ਛਾਵਾਂ ਪਈਆਂ, ਮਾਂ ਪਤਨੀ ਬੱਚੇ ਬਾਪ ਸਾਰੇ ਡੀਕਦੇ, ਪੁੱਤ ਕਿੱਥੇ ਆ? ਪੁੱਤ ਆਪਣੇ ਦੋਸਤਾਂ 'ਚ ਬੈਠਾ। ਜਿਹੜਾ ਸਮਾਂ ਮਾਂ ਬਾਪ ਨੂੰ ਦੇਣਾ ਸੀ, ਬੱਚਿਆਂ ਨੂੰ ਦੇਣਾ ਸੀ, ਮਾਂ ਘਰ ਦਵਾਈ ਨੂੰ ਤਰਸਦੀ ਆ, ਬਾਪੂ ਦਵਾਈ ਨੂੰ ਤਰਸਦਾ। ਜਿਹੜਾ ਸਮਾਂ ਉਹਨੂੰ ਦੇਣਾ ਸੀ, ਆਪਣੇ ਦੋਸਤਾਂ ਮਿੱਤਰਾਂ ਜਾ ਕੇ ਅਯਾਸ਼ੀ ਕਰ ਰਿਹਾ, ਕਿਉਂਕਿ ਉਧਰ ਸੰਜੋਗ ਆ, ਇਧਰ ਵਿਯੋਗ ਆ। ਅੱਜ ਮਾਂ ਬਾਪ ਤਰਸਦੇ ਆ, ਪਤਨੀ ਤਰਸਦੀ ਆ, ਬੱਚੇ ਤਰਸਦੇ ਆ, ਅੱਜ ਉਹਨਾਂ 'ਚ ਬੈਠਾ। ਪਰ ਪਤਾ ਨਹੀਂ ਕਿਤੇ ਠੋਕਰ ਲੱਗੀ, ਅੱਜ ਛੱਡ ਗਿਆ ਸਾਰਾ ਕੁਝ। ਅੱਜ ਸ਼ਾਮਾਂ ਪਈਆਂ, ਮਾਂ ਕੋਲ ਬੈਠਾ ਹੈ, ਪਤਨੀ ਦੇ ਕੋਲ ਬੈਠਾ, ਬੱਚਿਆਂ ਨਾਲ ਗੱਲਾਂ ਕਰ ਰਿਹਾ। ਅੱਜ ਇਧਰ ਸੰਜੋਗ ਹੋ ਗਿਆ ਤੇ ਉਧਰ, ਬੋਲੋ ਪਿਆਰਿਓ, ਉਧਰ ਵਿਯੋਗ ਹੋ ਰਿਹਾ। ਉਹ ਡੀਕਦੇ ਆਇਆ ਕਿਉਂ ਨਹੀਂ? ਕਹਿੰਦਾ ਅੱਜ ਤੁਹਾਡੇ ਵੱਲੋਂ ਮਰ ਗਿਆ ਵਾਂ ਤੇ ਇਧਰ ਜਨਮ ਹੋ ਗਿਆ ਮੇਰਾ। ਪਹਿਲਾਂ ਇਧਰੋਂ ਮਰਿਆ ਸੀ ਤੇ ਉਧਰ ਜਨਮ ਹੋਇਆ ਸੀ। ਫੈਸਲਾ ਕਰ ਲੈ ਬੰਦਿਆ, ਜਨਮ ਕਿਹੜੇ ਬੰਨੇ ਕਰਨਾ ਹੈ ਤੂੰ?
ਮਰਜ਼ੀ ਤੇਰੀ ਆ। ਮਹਾਰਾਜ ਨੇ ਖੁੱਲਾ ਛੱਡਦਾ ਬੰਦੇ ਨੂੰ। ਇਹ ਨਹੀਂ ਕਹਿੰਦੇ ਵੀ ਤੂੰ ਇੱਧਰ ਹੀ ਆ, ਇਹ ਮਰਜ਼ੀ ਤੇਰੀ ਹੈ। ਇੱਕ ਬੰਨੇ ਜਨਮ ਹੋਣਾ ਹੀ ਤੇ ਇੱਕ ਬੰਨੇ ਮੌਤ ਹੋਣੀ ਹੈ। ਤੇ ਸਿਆਣਿਆਂ ਦੇ ਦੋਵਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਹੁਣ ਤਾਂ ਟਰੈਕਟਰਾਂ ਦੀ ਵਾਹੀ ਆ ਗਈ, ਪੁਰਾਣੇ ਸਮੇਂ 'ਚ ਬਲਦਾਂ ਦੀ ਵਾਹੀ ਸੀ ਤੇ ਬਲਦ ਵੀ ਸਾਂਝੇ ਹੁੰਦੇ ਸੀ। ਕਈ ਵਾਰੀ ਬਜ਼ੁਰਗਾਂ ਨੂੰ ਪਤਾ ਹੋਣਾ, ਬਲਦ ਸਾਂਝੇ ਵੀ ਹੁੰਦੇ ਸੀ। ਅੱਛਾ, ਜਿੱਦਣ ਤੇ ਵਾਹੁਣਾ ਉਦੋਂ ਤੇ ਖੁਰਲੀ ਚੰਗੀ ਤਰ੍ਹਾਂ ਭਰ ਦੇਣੀ। ਜਿੱਦਣ ਕਿਤੇ ਉਹਨੂੰ ਦੋਵਾਂ ਨੇ ਨਹੀਂ ਵਾਹੁਣਾ, ਉਦੋਂ ਦੋਵਾਂ ਨੇ ਨਹੀਂ ਪੁੱਛਣਾ। ਕਈ ਵਾਰੀ ਦਿਨ ਵੇਲੇ ਤੱਕ ਬੈਠਾ ਰਹਿਣਾ। ਆ ਜਿੰਨਾ ਘਰਾਂ 'ਚ ਬਾਪੂ ਤੇ ਮਾਂ ਜੀ ਵੰਡ ਲੈਂਦੇ ਆ ਨਾ, ਉਹ ਇਹ ਵੰਡਣ ਵਾਲੀਆਂ ਚੀਜ਼ਾਂ ਨੇ। ਮਾਂ ਬਾਪ ਨੇ ਇਕੱਠੇ ਰਹਿ ਕੇ ਇਹਨੇ ਧੀਆਂ ਪੁੱਤਾਂ ਨੂੰ ਪਾਲਿਆ ਹੋਵੇ। ਕਈਆਂ ਘਰਾਂ 'ਚ ਵੱਡੇ ਨਾਲ ਬਾਪੂ ਰਹਿੰਦਾ, ਛੋਟੇ ਨਾਲ ਮਾਂ ਰਹਿੰਦੀ ਆ। ਛੋਟੇ ਨਾਲ ਬਾਪੂ ਰਹਿੰਦਾ, ਵੱਡੇ ਨਾਲ ਮਾਂ ਰਹਿੰਦੀ ਆ। ਮੈਂ ਐਸੇ 9 ਪੁੱਤਾਂ ਨੂੰ ਇੱਕ ਸਵਾਲ ਕਰਦਾ, ਕੰਧ ਤੇ ਲਿਖਿਆ ਪੜੋ, ਜਦੋਂ ਕੱਲ ਨੂੰ ਤੁਹਾਨੂੰ ਪਤੀ ਪਤਨੀ ਨੂੰ ਕਿਸੇ ਨੇ ਵੰਡਿਆ ਫੇਰ ਕੀ ਕਰੋਗੇ? ਇਹ ਵੰਡਣ ਵਾਲੀ ਖੇਡ ਨਹੀਂ। ਪਿਛਲੀ ਉਮਰੇ ਤਾਂ ਸਗੋਂ ਇਕੱਠੇ ਰਹਿਣ ਦੀ ਖੇਡ ਹੈ। ਇੱਕ ਦੂਜੇ ਨੂੰ ਦੁੱਖ ਸੁੱਖ ਪੁੱਛਣਾ, ਗੱਲਾਂ ਬਾਤਾਂ ਕਰਨੀਆਂ। ਜਿੰਨੇ ਅਸੀਂ ਡੇਰਿਆਂ ਦੀ ਖਾਕ ਛਾਣਦੇ ਆ, ਕਾਸ਼ ਕਿਤੇ ਸਾਨੂੰ ਆਪਣੇ ਘਰਾਂ 'ਚ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਕਰਨ ਦੀ ਜਾਚ ਆ ਜਾਏ, ਦੁੱਖ ਸੁੱਖ ਵੰਡਣੇ ਆ ਜਾਣ, ਤਾਂ ਦੁਨੀਆ ਸਵਰਗ ਤੇ ਬੈਕੁੰਠ ਬਣ ਸਕਦੀ ਹੈ। ਜਿਹੜੇ ਅਸੀਂ ਬਾਹਰ ਸਵਰਗ ਲੱਭਦੇ ਫਿਰਦੇ ਆ ਨਾ, ਕਿਤੇ ਹੋਰ ਸਵਰਗ ਨਹੀਂ। ਕੋਈ ਕਿਸੇ ਡੇਰੇ ਜਾ ਕੇ ਲੱਭਦਾ ਫਿਰਦਾ, ਕੋਈ ਕਿਸੇ ਬਾਬੇ ਕੋਲੋਂ ਧਾਗਾ ਮੰਤਰ ਲੱਭਦਾ ਫਿਰਦਾ ਘਰਾਂ 'ਚ। ਮੈਂ ਉਸ ਘਰ ਨੂੰ ਬੈਕੁੰਠ ਮੰਨਦਾ ਜਿੱਥੇ ਸ਼ਾਮਾਂ ਨੂੰ ਦਾਦੀ ਦੀ ਮੰਜੀ ਤੇ 2-4 ਜਾਣੇ, ਕੋਈ ਪੋਤਰਾ ਇੱਧਰ ਬੈਠਾ, ਕੋਈ ਪੋਤਰੀ ਬੈਠੀ ਹੈ, ਕੋਈ ਨੂੰਹ ਬੈਠੀ ਹੈ, ਕੋਈ ਗੱਲਾਂ। ਦੇਖੋ ਫਰਕ। ਸਾਰੀਆਂ ਬਿਮਾਰੀਆਂ ਦਾ ਇਲਾਜ ਦਵਾਈ ਨਹੀਂ ਹੁੰਦੀ। ਘਰ 'ਚ ਬਾਪੂ ਬਿਮਾਰ ਹੋਵੇ ਨਾ, ਸਵੇਰੇ ਉੱਠ ਕੇ ਪੁੱਤ ਇੰਨਾ ਪੁੱਛ ਰਿਹਾ, ਬਾਪੂ ਕੀ ਗੱਲ ਅੱਜ ਲੇਟ ਉੱਠਿਆ? ਦੱਸ ਕੀ ਗੱਲ, ਦਵਾਈ ਚਾਹੀਦੀ ਆ? ਬਹਿ ਗੱਡੀ 'ਚ, ਚੱਲ ਆਪਾਂ ਦਵਾਈ ਲੈ ਕੇ ਆਈਏ। ਤੇ ਬਾਪੂ ਕਹਿੰਦਾ, ਪੁੱਤਰਾ ਦਵਾਈ ਦੀ ਲੋੜ ਹੀ ਹੈ ਨਹੀਂ, ਮੇਰੇ ਪੁੱਤ ਨੇ ਪੁੱਛ ਲਿਆ, ਮੈਂ ਉਦਾਂ ਹੀ ਠੀਕ ਹੋ ਗਿਆ। ਸਵੇਰੇ ਉੱਠ ਕੇ ਨੂੰਹ ਨੇ ਪੁੱਛਿਆ, ਮਾਤਾ ਬੇਬੇ ਕੀ ਗੱਲ ਅੱਜ ਲੇਟ ਉੱਠੀ ਆ? ਇੰਨੀ ਗੱਲ ਪੁੱਛੀ, ਮਾਤਾ ਦੱਸ ਕਿਹੜੀ ਚੀਜ਼ ਚਾਹੀਦੀ, ਬਣਾ ਕੇ ਦਈਏ? ਤੇ ਮਾਂ ਦੇ ਮੂੰਹ ਚੋਂ ਇੱਕ ਸ਼ਬਦ ਨਿਕਲਿਆ, ਆਂਦੀ, ਪੁੱਤ ਦਵਾਈ ਦੀ ਲੋੜ ਹੀ ਨਹੀਂ, ਮੇਰੀ ਧੀ ਨੇ ਮੈਨੂੰ ਪੁੱਛ ਲਿਆ, ਮੈਂ ਤੇ ਉਦਾਂ ਹੀ ਠੀਕ ਹੋ ਗਈ। ਸਵੇਰੇ ਨੂੰਹ ਲੇਟ ਉੱਠੀ ਆ, ਸੱਸ ਪੁੱਛੇ, ਜਿਵੇਂ ਆਪਣੀ ਧੀ ਨੂੰ ਪੁੱਛਦੇ ਸੀ ਆਪਾਂ, ਬੇਟਾ ਕੀ ਗੱਲ ਅੱਜ ਲੇਟ ਉੱਠੀਆਂ, ਸਰੀਰ ਠੀਕ ਹੈ? ਇੰਨੇ ਨਾਲ ਹੀ ਠੀਕ ਹੋ ਜਾਣਾ। ਅੱਜ ਅਸੀਂ ਪੁੱਛਣਾ ਹੀ ਬੰਦ ਕਰ ਛੱਡਿਆ। ਬੋਲੋ ਪਿਆਰਿਓ, ਅੱਜ ਈਗੋ ਸਿਰ ਚੜੀ ਹੈ। ਜੇ ਉਹਨੇ ਮੈਨੂੰ ਨਹੀਂ ਪੁੱਛਿਆ ਤੇ ਮੈਂ, ਬੋਲੋ ਜੀ, ਮੈਂ ਕੋ ਪੁੱਛਾਂ? ਪਿਆਰਿਓ, ਜਿਹੜਾ ਮੁਰਦਾ ਹੁੰਦਾ, ਯਾਦ ਰੱਖਣਾ, ਟਾਹਣੀ ਕਿਹੜੀ ਮਰੋੜੀ ਜਾਂਦੀ ਹੈ? ਜਿਹੜੀ ਧਰਤੀ ਨਾਲ ਜੁੜੀ ਹੋਵੇ। ਹੁਣ ਤਾਂ ਤੂਤ ਵੀ ਘਟ ਗਏ। ਪੁਰਾਣੇ ਸਮੇਂ 'ਚ ਤੂਤ ਹੁੰਦੇ ਸੀ, ਛਾਂਗ ਕੇ ਘਰ ਲੈ ਆਉਣੇ, ਜਿਹਦੀਆਂ ਟੋਕਰੀਆਂ ਦੇ ਟੋਕਰੇ ਬਣਦੇ ਸੀ। ਬਸੰਤ ਰਾਗ ਦਾ ਸ਼ਬਦ ਹੈ ਨਾ, ਬਸੰਤ ਕੀ ਵਾਰ ਦੇ ਵਿੱਚ, ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਦਾ ਨਾਮ ਧਿਆਉਣ ਵਾਲਾ ਹਰਿਆ ਹੋ ਜਾਂਦਾ। ਉਹਦਾ ਮਤਲਬ ਕੀ ਹੈ? ਟਾਹਣੀ ਜਿਹੜੀ ਹਰੀ ਕਿਹੜੀ ਹੁੰਦੀ ਹੈ? ਜਿਹੜੀ ਦਰਖਤ ਨਾਲ ਜੁੜੀ ਹੋਵੇ। ਤੇ ਜਿਹੜੀ ਟਾਹਣੀ ਹਰੀ ਹੋਵੇ ਉਹ ਫਲੈਕਸੀਬਲ ਹੁੰਦੀ ਹੈ, ਜਿੱਦਾਂ ਮੋੜੋ ਉਦਾਂ ਮੁੜਦੀ ਜਾਂਦੀ। ਤੂਤ ਛਾਂਗ ਕੇ ਲੈ ਆਂਦਾ। ਦਾਦੇ ਨੇ ਕਿਹਾ, ਜਾਓ ਪੁੱਤਰੋ ਟੋਕਰੇ ਟੋਕਰੀਆਂ ਬਣਾਓ। ਟੋਕਰੀਆਂ ਵਾਲਿਆਂ ਨੂੰ ਲੈ ਆਂਦਾ ਸੱਦ ਕੇ। ਉਹਨੇ ਠੋਕ ਕੇ ਟੋਕਰੀਆਂ ਛਾਬੇ ਚੰਗੇਰਾਂ ਤਿਆਰ ਕਰਤੀਆਂ। ਉਹ ਵੀ ਕਦੋਂ? ਜਦੋਂ ਅੱਜ ਤੂਤ ਛਾਂਗਿਆ ਤੇ ਅਗਲੇ ਦਿਨ ਹੀ। ਹੁਣ ਤੁਸੀਂ ਤੂਤ ਅੱਜ ਛਾਂਗਿਆ, ਤੁਸੀਂ ਕਹੋ 5 ਮਹੀਨਿਆਂ ਨੂੰ ਜਾ ਕੇ ਟੋਕਰੇ ਬਣਾਵਾਂਗੇ, ਗੱਲ ਬਣ ਜੂਗੀ ਜੀ। ਕਿਉਂਕਿ ਜਦੋਂ ਤੁਸੀਂ ਟਾਹਣੀ ਅੱਜ ਵੱਢੀ ਆ ਤੇ ਸਵੇਰੇ ਮਰੋੜੋਗੇ ਤੇ ਮੁੜ ਜੂ, ਪਰ 5-7-10 ਦਿਨਾਂ ਬਾਅਦ ਜਦੋਂ ਤੁਸੀਂ ਮਰੋੜੋਗੇ, ਉਹਨੇ ਲੱਕ ਚੋਂ ਟੁੱਟ ਜਾਣਾ। ਜੇ ਪਰਿਵਾਰ 'ਚ ਕੋਈ ਝੁਕਦਾ ਨਾ ਸਮਝੋ ਉਹ 'ਚ ਜਾਨ ਆ। ਜੇ ਆਕੜਦਾ ਨਾ, ਇੱਦਾਂ ਆਕੜਦਾ ਤੇ ਮੁਰਦਾ ਹੁੰਦਾ। ਜਿਹੜਾ ਮੁਰਦਾ ਹੁੰਦਾ ਉਹਨੂੰ ਤੁਸੀਂ ਜਦੋਂ ਮੰਨ ਲਓ ਬੰਦੇ 'ਚ ਜਾਨ ਨਿਕਲ ਗਈ ਆ, ਤੁਸੀਂ ਜਦੋਂ ਕੱਪੜੇ ਪਾਉਂਦੇ ਕਿੱਦਾਂ ਪਾਉਂਦੇ ਜੀ? ਤੇ ਉਹ ਜਦੋਂ ਬੰਦੇ ਜਾਨ ਹੁੰਦੀ, ਆਪੇ ਨਹੀਂ ਸਿਰ ਕਰਨ ਦਾ ਵੀ ਆ ਮੇਰੇ ਗਲ ਕਾਲਰ ਪਾ ਦਿਓ, ਮੇਰੀਆਂ ਬਾਹਾਂ ਦੇ ਬਟਨ ਬੰਦ ਕਰ ਦਿਓ। ਆਪੇ ਕੱਪੜੇ ਪਾ ਲੈਂਦਾ। ਝੁਕਣਾ ਸਿੱਖ ਲਈ ਆਪਣੇ ਪਰਿਵਾਰਾਂ 'ਚ। ਜੇ ਘਰ ਦੇ ਵਿੱਚ ਨੂੰਹ ਨੇ ਕੋਈ ਸ਼ਬਦ ਉਹੋ ਜਿਹਾ ਬੋਲ ਵੀ ਦਿੱਤਾ ਤੇ ਮਾਂ ਇਹ ਸੋਚੇ, ਮੇਰੀ ਧੀ ਵੀ ਤਾਂ ਬੋਲ ਦਿੰਦੀ ਹੁੰਦੀ ਸੀ, ਫੇਰ ਕੀ ਹੋਇਆ? ਇਹਨੂੰ ਨਹੀਂ ਪਤਾ, ਇਹਨੇ ਬੋਲਤਾ, ਕੋਈ ਗੱਲ ਨਹੀਂ, ਮਾਫ ਕਰਤਾ। ਮਾਫ ਕਰਨ ਵਾਲਾ ਵੱਡਾ ਹੁੰਦਾ ਹੈ। ਏਦਾਂ ਹੀ ਨੂੰਹ ਹੈ, ਇਹ ਸੋਚੇ ਫੇਰ ਕੀ ਹੋਇਆ? ਜੇ ਮੇਰੀ ਸੱਸ ਨੇ ਕੁਝ ਕਹਿਤਾ, ਮੇਰੀ ਮਾਂ ਵੀ ਤਾਂ ਮੈਨੂੰ ਕਹਿ ਦਿੰਦੀ ਹੁੰਦੀ ਸੀ, ਫੇਰ ਕੀ ਹੋਇਆ? ਜੇ ਅੱਜ ਮੇਰੇ ਸਹੁਰੇ ਨੇ ਮੈਨੂੰ ਕੋਈ ਸ਼ਬਦ ਕਹਿਤਾ, ਮੇਰਾ ਪਿਤਾ ਵੀ ਤਾਂ ਮੈਨੂੰ ਕਹਿ ਦਿੰਦਾ ਹੁੰਦਾ ਸੀ।
ਇਹ ਸ਼ਬਦ ਤੁਹਾਨੂੰ ਕਿਸੇ ਡੇਰੇ ਚੋਂ ਨਹੀਂ ਮਿਲਣੇ, ਇਹ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਣੇ ਨੇ। ਨਿਮਣ ਸੁਅੱਖਰ ਸਾਰੇ ਬੋਲੋ। ਖਵਣ ਗੁਣ ਜੇਵਾ ਮਣੀਆਂ ਇਹ ਤ੍ਰੈ ਭੈਣੇ ਵੇਸ ਘਰ ਤਾਂ ਵਸ ਆਵਈ ਕੰਤ। ਨਿਮਣ ਸੁਅੱਖਰ ਨਿਮਰਤਾ ਬਹੁਤ ਵੱਡਾ ਗੁਣ ਹੈ। ਖਵਣ ਗੁਰ ਕਿਸੇ ਨੂੰ ਖਿਮਾ ਕਰ ਦੇਣਾ। ਖਿਮਾ ਕਿਦਾਂ ਕਰਨਾ? ਉਹ ਜੱਗ ਤੁਹਾਡੇ ਪੁੱਤ ਕੋਲੋਂ ਟੁੱਟ ਜਾਏ, ਕਿਤੇ ਕੱਚ ਦਾ ਕੋਈ ਕੱਪ ਟੁੱਟ ਜਾਏ ਸਾਡੇ ਘਰ 'ਚ, ਆਪਣੇ ਖੂਨ ਕੋਲੋਂ ਟੁੱਟ ਜਾਏ, ਕੀ ਆਨੇ ਉਹਨੂੰ ਆਪਾਂ ਕਦੀ ਬੋਲਦੇ? ਉਹ ਨੁਕਸਾਨ ਤੁਹਾਡੀ ਨੌਕਰਾਨੀ ਕੋ ਹੋ ਜਾਏ, ਕਿਤੇ ਨੌਕਰ ਕੋ ਹੋ ਜਾਏ। ਕਈ ਕਹਿੰਦੇ ਤੇਰੀ ਤਨਖਾਹ ਕੱਟ ਲੈਣੀ ਵਿੱਚੋਂ। ਮੈਂ ਕਿਉਂ ਕੱਟ ਲੈਣੀ ਬਈ? ਗਰੀਬ ਇਸ ਕਰਕੇ। ਅਗਲਾ ਲਾਗੇ ਬੈਠਾ ਸੋਚ ਰਿਹਾ, ਕਹਿੰਦਾ ਇਹਦੇ ਨਾਲੋਂ ਵੱਡਾ ਨੁਕਸਾਨ ਇਹਦੇ ਪੁੱਤ ਨੇ ਕੀਤਾ, ਚੁੱਪ ਕਰ ਗਿਆ। ਇਹ ਤੂੰ ਘੱਟ ਨੁਕਸਾਨ ਮੇਰੇ ਕੋਲ ਹੋਇਆ ਤੇ ਮੇਰੀ ਕਲਾਸ ਲਾਤੀ, ਇੱਕ ਵਾਰੀ ਮਾਫ ਕਰਕੇ ਵੇਖ ਤੇ ਇਹ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਵੇਖ। ਅੱਗੇ ਤੋਂ ਧਿਆਨ ਰੱਖੀ, ਹੋ ਸਕਦਾ ਉਹ ਤੇਰੇ ਵਸਤੂ ਨੂੰ ਆਪਣੀ ਵਸਤੂ ਸਮਝ ਕੇ ਵਰਤੇ। ਸੰਸਾਰ 'ਚ ਰਹਿਣਾ ਨਹੀਂ ਆ ਰਿਹਾ। ਗੁੱਸਾ ਨਾ ਮਨਾਇਓ, ਬਾਣੀ ਦਾ ਵਾਕ ਹੈ, ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਹੀਂ। ਜਗਤ ਇੰਨਾ ਮਮਤਾ ਵਿੱਚ, ਚੀਜ਼ਾਂ ਪਿਆਰੀਆਂ ਹੋ ਗਈਆਂ, ਇਨਸਾਨ ਤੇ ਪਿਆਰਾ ਹੋਇਆ ਹੀ ਨਹੀਂ। ਅਸੀਂ ਚੀਜ਼ਾਂ ਨੂੰ, ਵਸਤੂਆਂ ਨੂੰ ਬੰਦੇ ਤੋਂ ਉੱਪਰ ਜਾਣਿਆ, ਇਨਸਾਨ ਦੀ ਕਦਰ ਕੀਤੀ ਨਹੀਂ। ਪਿਆਰਿਓ, ਜੀਵਨ ਬਾਰ-ਬਾਰ ਨਹੀਂ ਮਿਲਣਾ। ਭਗਤ ਕਬੀਰ ਜੀ ਕਹਿੰਦੇ ਆਪ ਕੈਸੇ ਮਰੋ। ਹੁਣ ਮੈਂ ਕਿੱਦਾਂ ਮਰਾਂ? ਮੇਰਾ ਤਾਂ ਮਨ ਮੰਨ ਗਿਆ। ਲੋਕ ਤੇ ਮਰਨ ਤੋਂ ਡਰਦੇ ਸੀ, ਮਰਨ ਮਨ ਮੰਨਿਆ। ਮੇਰਾ ਤੇ ਹੁਣ ਮਰਨ ਨੂੰ ਮਨ ਮੰਨ ਗਿਆ। ਕਿਹੜੀ ਮੌਤ? ਲੋਕ ਲਾਲਚ ਵੱਲੋਂ ਨਹੀਂ ਮਰਨਾ ਚਾਹੁੰਦੇ। ਲੋਕ ਭਰਾ ਛੱਡ ਦਿੰਦੇ ਆ, ਪਰ ਲਾਲਚ ਨੂੰ ਜਿਉਂਦਾ ਰੱਖਦੇ ਆ। ਲੋਕ ਸਾਂਢੂ ਛੱਡ ਦਿੰਦੇ ਆ, ਸਹੁਰੇ ਛੱਡ ਦਿੰਦੇ ਆ, ਤਾਏ ਚਾਚੇ ਭੂਆ ਫੁੱਫੜ ਦੇ ਜਵਾਕ ਰਿਸ਼ਤੇਦਾਰ ਛੱਡ ਦਿੰਦੇ ਆ, ਪਰ ਲਾਲਚ ਨਹੀਂ ਛੱਡਦੇ। ਭਗਤ ਕਬੀਰ ਜੀ ਕਹਿੰਦੇ ਮੇਰਾ ਹੁਣ ਮਨ ਮੰਨ ਗਿਆ, ਮੈਂ ਲਾਲਚ ਛੱਡਤਾ, ਰਿਸ਼ਤੇਦਾਰੀਆਂ ਕਾਇਮ ਕਰ ਲਈਆਂ। ਅਬ ਕੈਸੇ ਮਰੋ? ਮਰਨ ਮਨ ਮਾਨਿਆ, ਮਰ ਮਰ ਜਾਤੇ। ਕਹਿੰਦੇ ਮਰਦੇ ਤੇ ਕਹਿੰਦੇ ਮੈਂ ਤੇ ਹੁਣ ਚੰਗੇ ਬੰਨੇ ਮਰ ਲੱਗਾ। ਲੋਕ ਮਰ ਤੇ ਲੋਕ ਵੀ ਰਹੇ ਆ। ਲੋਕ ਕਿੱਦਾਂ ਮਰਦੇ ਭਲਾ? ਇੱਕ ਦਿਨ 'ਚ ਸੈਂਕੜੇ ਵਾਰ ਬੰਦੇ ਦੀ ਮੌਤ ਹੁੰਦੀ ਹੈ। ਕਦੋਂ ਹੁੰਦੀ ਭਲਾ ਜੀ? ਤੁਹਾਡਾ ਗਵਾਂਢੀ ਗੱਡੀ ਲੈ ਆਵੇ ਤੇ ਡੱਬਾ ਲੱਡੂਆਂ ਦਾ ਲੈ ਕੇ ਬਾਹਰ ਨਿਕਲੇ, ਤੁਸੀਂ ਪੁੱਛੋ ਕਾਹਦੇ ਲੱਡੂ? ਉਹ ਕਹੇ ਕਾਰ ਲੈ ਕੇ ਆਏ। ਇਹਦਾ ਟਾਵਾਂ ਬੰਦਾ ਹੁੰਦਾ, ਕਿਸੇ ਦੇ ਘਰ ਨਵੀਂ ਕਾਰ ਵੇਖ ਕੇ ਤੇ ਲੱਡੂ ਖਾ ਕੇ ਵਧਾਈ ਦੇਵੇ, ਨਹੀਂ ਤੇ ਲੱਡੂ ਮੂੰਹ 'ਚ ਪਾ ਕੇ ਅੰਦਰੋਂ ਪਤਾ ਕਹਿੰਦਾ ਸਾਡੇ ਕੋਲ ਪੁਰਾਣੀ ਦੀਆਂ ਕਿਸ਼ਤਾਂ ਲੈਣ ਡੀਆਂ, ਇਹ ਨਵੀਂ ਫੇਰ ਲੈ ਆਏ ਆ। ਅੰਦਰੋਂ ਮੌਤ ਹੋਈ ਕਿ ਨਹੀਂ ਹੋਈ? ਹੌਕਾ ਨਿਕਲ ਗਿਆ। ਮਰ ਮਰ ਜਾਤੇ। ਅਗਲੇ ਨੇ ਘਰ ਬਣਾਇਆ, ਕੋਠੀ ਬਣਾਈ, ਰਿਸ਼ਤੇਦਾਰ ਸੱਦੇ, ਆਓ ਭਾਈ ਘਰ ਆਓ। ਉਹਨੂੰ ਨਜ਼ਰ ਵੱਟੂ ਵੀ ਲਾਉਣਾ ਪਿਆ ਅਗਲੇ ਬੰਨੇ, ਮੇਰੇ ਘਰ ਨੂੰ ਕੋਈ ਨਜ਼ਰ ਨਾ ਲਾ ਜੇ। ਇੱਕ ਡਰ ਵੀ ਆ ਉਹਨੂੰ, ਦੂਜੇ ਬੰਨੇ ਬੰਦਾ ਘਰ ਵਿਖਾਉਂਦਾ, ਨਾਲ ਇੱਕ ਡਰ ਵੀ ਆ ਵੀ ਕਿਤੇ ਮੇਰੇ ਘਰ ਨੂੰ ਕੋਈ, ਬੋਲੋ ਭਾਈ, ਇਹਦਾ ਮਤਲਬ ਅੰਦਰ ਖੌਫ ਹੈ ਨਾ। ਇਹ ਮੌਤ ਹੈ। ਮਰ ਮਰ ਜਾਤੇ ਜਿਨ ਰਾਮ ਨਾ ਜਾਣੇ। ਜਿਹਨੇ ਸੱਚ ਨੂੰ ਨਹੀਂ ਜਾਣਿਆ ਉਹ ਰੋਜ਼ ਮਰਦੇ ਆ, ਰੋਜ਼ ਮਰਦੇ ਆ। ਕੋਈ ਕਿਸੇ ਦਾ ਤਨ ਵੇਖ ਕੇ ਮਰਦਾ, ਕੋਈ ਕਿਸੇ ਦਾ ਧਨ ਵੇਖ ਕੇ ਮਰਦਾ, ਕੋਈ ਕਿਸੇ ਦਾ ਘਰ ਵੇਖ ਕੇ ਮਰਦਾ, ਕੋਈ ਕਿਸੇ ਦੀ ਗੱਡੀ ਵੇਖ ਕੇ ਮਰਦਾ, ਤੇ ਕੋਈ ਕਿਸੇ ਦਾ ਬਿਜ਼ਨਸ ਵੇਖ ਕੇ ਮਰਦਾ। ਜੇ ਮਰਨਾ ਸਭ ਜਗਤ ਤਰਾਸਿਆ। ਜਿਹੜੀ ਮੌਤ ਤੋਂ ਸਾਰਾ ਜਗਤ ਭੈ ਪੀਤਾ, ਉਹ ਕਿਹੜੀ ਮੌਤ ਜੇ ਤੋਂ ਸਾਰਾ ਜਗਤ ਡਰਦਾ? ਲੋਕ ਲਾਲਚ ਵੱਲੋਂ ਨਹੀਂ ਮਰਨਾ ਚਾਹੁੰਦੇ, ਲੋਕ ਹੰਕਾਰ ਵੱਲੋਂ ਨਹੀਂ ਮਰਨਾ ਚਾਹੁੰਦੇ। ਹੰਕਾਰ ਵੱਲੋਂ ਮਰਨਾ ਚਾਹੁੰਦੇ ਆ ਅਸੀਂ ਤਾਂ ਗੁਰਦੁਆਰੇ ਪੱਖਾ ਚੜਾਈਏ, ਪੱਖਾ ਬਾਅਦ ਚ ਲੈ ਕੇ ਆਉਂਦੇ, ਪਹਿਲਾਂ ਕਹਿੰਦੇ ਸਾਡੇ ਤਾਏ ਦਾ ਨਾਂ ਲਿਖੋ ਉਹਦੇ ਤੇ ਕਿ ਪੱਖਾ ਹੀ ਚੜਾਇਆ। 15 ਥਾਲੀਆਂ ਚੜਾ ਕੇ ਪਹਿਲਾਂ ਉਹਦੇ ਤੇ ਨਾਂ ਲਿਖਾਉਂਦੇ ਆ ਕਿ ਥਾਲੀਆਂ ਅਸੀਂ ਚੜਾਈਆਂ, ਕਿਉਂਕਿ ਮੈਂ ਹੰਕਾਰ ਵੱਲੋਂ ਮਰਨਾ ਨਹੀਂ ਚਾਹੁੰਦਾ। ਮੈਂ ਏਸੀ ਕੂਲਰ ਪੱਖਾ ਕੋਈ ਕਮਰਾ ਗੁਰਦੁਆਰੇ ਬਣਾਉਣਾ ਤੇ ਪਹਿਲਾਂ ਚਾਹੁੰਦਾ ਮੇਰੇ ਨਾਂ ਦਾ ਇਹਦੇ ਬਾਹਰ ਪੱਥਰ ਲੱਗੇ। ਸਾਡਾ ਤੇ ਵਸ ਨਹੀਂ ਚੱਲਦਾ। ਅਸੀਂ ਤੇ 5-7 ਕਿਲੋ ਦਾਲ ਜਦੋਂ ਗੁਰਦੁਆਰੇ ਚੜਾਈਏ, ਕੱਲੇ ਕੱਲੇ ਦਾਣੇ ਤੇ ਨਾਮ ਲਿਖਾ ਦਈਏ ਜੇ ਲਿਖਦਾ ਹੋਵੇ ਤੇ। ਸਾਡਾ ਵਸ ਨਹੀਂ ਚੱਲਦਾ ਜੀ। ਮਰਨਾ ਨਹੀਂ ਨਾ ਚਾਹੁੰਦੇ ਅਸੀਂ, ਹੰਕਾਰ ਵੱਲੋਂ ਮਰਨਾ ਥੋੜਾ ਚਾਹੁੰਦੇ ਆ। ਭੈ ਪੀ ਤਾਂ ਜੇ ਮਰਨਾ ਸਭ ਜਗਤ ਤਰਾਸਿਆ। ਜਿਸ ਮੌਤ ਤੋਂ ਜਗਤ, ਹੁਣ ਦੱਸਿਓ ਘਰਾਂ 'ਚ ਆਪਣੇ ਪੱਖੇ ਲੱਗੇ ਆ, ਕੂਲਰ ਏਸੀ ਲੱਗੇ ਆ, ਉਹਨਾਂ ਤੇ ਨਾਮ ਲਿਖੇ ਆ ਭਲਾ ਜੀ? ਬੋਲੋ ਸਾਧ ਸੰਗਤ ਜੀ। ਆਪਣੇ ਘਰਾਂ ਛੱਤਾਂ ਨਾਲ ਪੱਖੇ ਲੱਗੇ ਆ, ਕੂਲਰ ਲੱਗੇ ਆ, ਉਹਨਾਂ 'ਚ ਭਲਾ ਆਪਾਂ ਨਾਮ ਲਿਖਾਏ ਆਪਣੇ? ਇਹ ਗੁਰਦੁਆਰਿਆਂ ਦੇ ਵਿੱਚ ਲੱਗੇ ਪੱਖਿਆਂ ਤੇ ਨਾਮ ਕਿਉਂ ਲਿਖਾਉਣੇ ਪੈਂਦੇ ਭਲਾ? ਬੋਲੋ ਭਾਈ, ਲਿਖਿਆ ਨਾ ਆਪਾਂ? ਅਗਲਾ ਅਹਿਸਾਸ ਕਰਾਉਣਾ ਚਾਹੁੰਦਾ ਇਹ ਸਾਡੇ ਤਾਇਆ ਜੀ ਪੂਰੇ ਹੋਏ ਉਦੋਂ ਪੱਖਾ ਲਵਾਇਆ ਸੀ ਆਪਾਂ।
ਨਾਲੇ ਅਗਲੇ ਇਹ ਵਿਖਾਉਣਾ ਕਿਹਨੂੰ ਆ? ਕਦੀ ਸੋਚ ਕੇ ਵੇਖਿਆ ਸੀ? ਅਸੀਂ ਇਹਨਾਂ ਗੱਲਾਂ ਵੱਲੋਂ ਮਰਨਾ ਨਹੀਂ ਚਾਹੁੰਦੇ। ਤੇ ਸੱਚ ਹੈ, ਜੇ ਕੋਈ ਗ੍ਰੰਥੀ ਪ੍ਰਚਾਰ ਕੇ ਗੱਲਾਂ ਬੋਲਦਾ, ਬਹੁਤਿਆਂ ਨੂੰ ਇਹ ਗੱਲਾਂ ਹਜਮ, ਉੱਚੀ ਬੋਲੋ ਪਿਆਰਿਓ, ਨਹੀਂ ਹੁੰਦੀ। ਹੁਣ ਜਿਨ੍ਹਾਂ ਨੇ ਕਹਿ ਕੇ ਲਿਖਾਇਆ ਹੁੰਦਾ ਉਹ ਕੀ ਕਹਿਣਗੇ? ਗ੍ਰੰਥੀ ਬਦਲ ਦਿਓ। ਉਹ ਇਹ ਨਹੀਂ ਆਂਦੇ ਸੋਚ ਬਦਲੀਏ, ਉਹ ਇਹ ਨਹੀਂ ਕਹਿੰਦੇ ਹੁਣ ਜੇ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਕਹਿੰਦਾ ਨਸ਼ਾ ਨਾ ਪੀਵੋ, ਤੁਸੀਂ ਆਪਣੇ ਪੁੱਤਰ ਧੀ ਦੇ ਆਨੰਦ ਕਰਤੇ ਨਸ਼ਾ। ਲੋਹੜੀ ਵਾਲੇ ਦਿਨ ਐਕਸੀਡੈਂਟ, ਕਿੰਨੇ ਐਕਸੀਡੈਂਟ ਹੁੰਦੇ ਨੇ। ਕੋਈ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਦਾ, ਸ਼ਰਾਬਾਂ ਪਿਆਉਂਦਾ, ਉੱਥੇ ਉਹਦੇ ਜਵਾਈਆਂ ਧੀਆਂ ਨੇ ਵੀ ਗੱਡੀ ਲੈ ਕੇ ਉੱਥੇ ਆਉਣਾ। ਤੁਹਾਡੇ ਵਿੱਚੋਂ ਕਈ ਵੀਰ ਵਿਦੇਸ਼ਾਂ 'ਚ ਗਏ ਹੋਣਗੇ, ਪਤਾ ਹੋਏਗਾ ਉੱਥੇ ਕੋਈ ਬੰਦਾ ਨਸ਼ਾ ਪੀ ਕੇ ਡਰਾਈਵ ਕਰਦਾ ਫੜਿਆ ਜਾਵੇ ਤੇ ਉਹਦੇ ਪਾਸਪੋਰਟ ਦੇ ਕਿੰਨੇ ਨੰਬਰ ਕੱਟੇ ਜਾਂਦੇ ਤੇ ਕਿੰਨੇ ਦਿਨ ਉਹ ਗੱਡੀ ਨਹੀਂ ਚਲਾ ਸਕਦਾ। ਇੱਥੇ ਬੰਦਾ ਪੈਲਸ ਵਿੱਚ ਜਾਂਦਾ, ਸ਼ਰਾਬ ਸਾਰੀ ਦਿਹਾੜੀ ਪੀ ਜਾਂਦਾ, ਸ਼ਾਮ ਨੂੰ ਗੱਡੀ ਕਿਹਨੇ ਚਲਾ ਕੇ ਆਉਣੀ ਹੈ? ਬੋਲੋ ਜੀ, ਉਹਨੇ ਆਪੇ ਹੀ। ਤੇ ਜੇ ਰਾਹ 'ਚ ਘਟਨਾ ਵਾਪਰ ਗਈ ਫੇਰ ਕਹਿਣਾ ਹਾਏ ਰੱਬ ਕੋਲੋਂ ਸਾਡੀ ਖੁਸ਼ੀ ਬਰਦਾਸ਼ਤ ਨਹੀਂ ਹੋਈ। ਬੋਲੋ ਭਾਈ। ਤੇ ਜੇ ਕਿਸੇ ਗ੍ਰੰਥੀ ਪ੍ਰਚਾਰਕ ਨੇ ਸਗਨ ਵਾਲੇ ਦਿਨ ਬੋਲਤਾ ਉਹ ਯਾਰ ਨਾ ਪੀਓ, ਤੇ ਜਿਹੜੇ ਪੀਣ ਵਾਲੇ ਭਲਾ ਕੀ ਕਹਿੰਦੇ ਆ? ਉਹ ਇਹ ਕਿੱਥੋਂ ਲੈ ਆਂਦਾ ਗ੍ਰੰਥੀ ਤੂੰ? ਹਾਂ ਉਹ ਬੋਲੋ, ਉਹ ਇਹਨੂੰ ਬਦਲੋ ਭਾਈ, ਉਹ ਬੋਲੋ ਭਾਈ, ਉਹ ਇਹਨੂੰ ਬਦਲੋ, ਹੋਰ ਕੋਈ ਲਿਆਓ, ਉਹ ਲਿਆਓ ਜਿਹੜਾ ਕਵੇ ਲਾਣ ਪੀਓ ਕੱਢ ਕੇ। ਕਦੋਂ ਸਮਝਾਂਗੇ? ਅਸੀਂ ਇਹ ਨਹੀਂ ਕਹਿੰਦੇ ਸੋਚ ਬਦਲੋ, ਅਸੀਂ ਕਹਿੰਦੇ ਆ ਗ੍ਰੰਥੀ ਬਦਲ ਦਿਓ। ਜੇ ਕਿਸੇ ਨੇ ਕਹਤਾ ਭੇਖੀਆਂ ਗਾੜੇ ਮੱਥੇ ਨਾ ਟੇਕੋ, ਮਾਂ ਬਾਪ ਦੀ ਸੇਵਾ ਕਰੋ, ਜਿਉਂਦੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ। ਜਿਉਂਦਿਆਂ ਬਾਪੂ ਨੂੰ ਮਾਂ ਨੂੰ ਪੁੱਛੋ ਦਲੀਆ ਚਾਹੀਦਾ, ਖਿਚੜੀ ਚਾਹੀਦੀ ਆ, ਜੋ ਚਾਹੀਦਾ ਮੈਂ ਤਾਜ਼ਾ ਫੁਲਕਾ ਲਾ ਕੇ ਦੂੰ ਮਾਂ ਤੈਨੂੰ। ਆ ਮਗਰੋਂ ਸ਼ਰਾਧ ਖਵਾਉਂਦੇ ਫਿਰਦੇ ਆ। ਤੁਸੀਂ ਵੇਖੋ ਸਾਡੇ ਸਿੱਖ ਵੀ ਕਈ ਆਪਣੇ ਦਾਦਿਆਂ ਪੜਦਾਦਿਆਂ ਦੇ ਸ਼ਰਾਧ ਕਰਾਉਂਦੇ ਆ। ਉਹਦੇ ਨੂੰ ਖੀਰ ਬਣਾਉਣਗੇ, ਪੂੜੀਆਂ ਬਣਾਉਣਗੇ, ਪਨੀਰ ਬਣਾਉਣਗੇ, ਰਹਿਤੇ ਦੋ ਦੋ ਕਿਸਮ ਦੇ। ਜੇ ਹਿੰਦੂ ਹੋਣਗੇ ਤੇ ਉਹ ਪੰਡਤ ਨੂੰ ਲੈ ਕੇ ਆਉਣਗੇ ਮੰਦਿਰ ਚੋਂ, ਜੇ ਸਿੱਖ ਹੋਣਗੇ ਤੇ 5 ਭਾਈ ਲੱਭਦੇ ਫਿਰਨਗੇ। ਉਹ ਭਾਈਆਂ ਨੂੰ ਛਕਾਉਂਦੇ ਕੀ ਆਂਦੇ ਜੀ? ਤੁਸੀਂ ਖਾਓ ਤੇ ਤੁਹਾਡਾ ਖਾਦਾ ਸਾਡੇ ਪਾਪਾ ਜੀ ਨੂੰ ਮਿਲਣਾ। ਮਗਰੋਂ ਲਿਫਾਫਾ ਵੀ ਦਿੰਦੇ ਨਾਲ ਇਹਦਾ। ਉਹ ਲਿਫਾਫਾ ਪਤਾ ਕਦੋਂ ਹੁੰਦਾ? ਉਹਨੂੰ ਆਂਦੇ ਦੰਦ ਘਸਾਈ। ਇਹ ਮਤਲਬ ਪਤਾ ਕੀ ਆ? ਵੀ ਖਾਦਾ ਮੈਂ ਆ, ਦੰਦ ਮੇਰੇ ਘਸਿਆ ਤੇ ਜਾਣਾ ਤੁਹਾਡੇ ਪਾਪਾ ਜੀ ਕੋਲ ਆ। ਉਹ ਡਾਕਖਾਨਾ ਵੀ ਚਿੱਠੀ ਤੁਸੀਂ ਪਠਾਨਕੋਟ ਪਾਈ ਤੇ ਨਿਕਲੂ ਜਾ ਕੇ ਦਿੱਲੀ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜੀਵਤ ਪਿਤਰ ਨਾ ਮਾਨੇ ਕੋਊ। ਬੋਲੋ ਸਾਰੇ। ਜਿਉਂਦਿਆਂ ਬਾਪੂ ਦੀ ਲੋਈ ਹੋਵੇ ਟੌਪ ਦੀ, ਮਾਂ ਦਾ ਸ਼ੌਲ ਹੋਵੇ ਬਹੁਤ ਵਧੀਆ, ਸਿਆਲ ਵਾਲੇ 5-4 ਸੂਟ ਹੋਣ ਗਰਮ, ਗਰਮੀਆਂ ਵਾਲੇ ਵਧੀਆ ਸੂਟ ਪਤਲੇ ਹੋਣ ਕਾਟਨ ਦੇ ਮਾਂ ਕੋਲ, ਸ਼ੌਲ ਲੋਈ ਹੋਵੇ ਮਾਂ ਕੋਲ, ਦਾਦੇ ਕੋਲ, ਪਿਤਾ ਕੋਲ ਸੋਹਣੀਆਂ ਵਾਸਕਟਾਂ ਹੋਣ। ਜਿਉਂਦਿਆਂ ਪੁੱਛਣਾ ਨਹੀਂ, ਮਰਨ ਤੋਂ ਬਾਅਦ 20 ਲੋਈਆਂ ਲਾਸ਼ ਦੇ ਉੱਤੇ ਢੇਰ ਲੱਗ ਜਾਂਦਾ। ਫਿਰ ਰਿਸ਼ਤੇਦਾਰ ਵੀ ਪਤਾ ਕਿੱਦਾਂ ਹੋਣਗੇ? ਉਹ ਲੋਈ ਹੈਗੀ ਅੱਜ, ਐਤਵਾਰ ਆ ਦੁਕਾਨ ਤੇ ਬੰਦ ਹੋਣੀ ਆ। ਉਹ ਜਾ ਮਾਰ ਮਾਰ ਪੁੱਛਦੇ, ਕਹਿੰਦੇ ਆਹੋ ਪਾਪਾ ਜੀ 5 ਪੈਰਾਂ 'ਚ ਬਣੇ ਸੀ, ਉਹਨਾਂ ਗੁਰਦੁਆਰੇ ਨੇ ਦਿੱਤੀ, ਉਹ ਹੈਗੀ ਆਪਣੇ ਘਰ। ਦੱਸ ਦੋ ਜੇ ਗਲਤ ਆ ਤੇ। ਅੱਛਾ ਸਵਾਲ ਇਹ ਪਤਾ ਹੁੰਦਾ ਲੋਈ ਹੁਣ ਕਰਨੀ ਕੀ ਆ? ਕਿਉਂ ਜੀ? ਬੰਦੇ ਜਿਉਂਦੇ ਨੂੰ ਲੋਈ ਚਾਹੀਦੀ ਕਿ ਮਰਨ ਤੋਂ ਬਾਅਦ ਚਾਹੀਦੀ ਹੈ? ਬਜ਼ੁਰਗੋ ਬੋਲ ਕੇ ਦੱਸੋ ਜੀ। ਜਿਉਂਦਿਆਂ ਚਾਹੀਦੀ ਆ ਨਾ, ਠੰਡ ਤੇ ਜਿਉਂਦਿਆਂ ਲੱਗਦੀ ਆ। ਅੱਛਾ ਜਦੋਂ ਮਗਰੋਂ ਲੋਈਆਂ ਢੇਰ ਲਾ ਦਿੰਦੇ ਆ, ਸ਼ੁਕਰ ਕਰੋ ਵੀ ਜੇ ਕਿਤੇ 5-7 ਮਿੰਟ ਮੜੀਆਂ 'ਚ ਪਏ, ਬਾਪੂ ਨੂੰ ਰੱਬ ਕਵੇ ਨਾ ਵੀ ਇੱਕ ਵਾਰੀ ਉੱਠ ਕੇ ਵੇਖ ਸਰਦਾਰ ਸਾਹਿਬ, ਵੇਖ ਲੋਈਆਂ, ਵੇਖ ਤਰ੍ਹਾਂ ਤਰ੍ਹਾਂ ਦੀਆਂ ਲੋਈਆਂ ਤੇਰੇ ਸਰੀਰ ਤੇ ਪਈਆਂ ਹੀ। ਤੇ ਉਹਦਾ ਬਾਪੂ ਜੇ ਉੱਠ ਕੇ ਬਹਿ ਜਾ ਤੇ ਕਹਿ ਦੇਵੇ ਰਿਸ਼ਤੇਦਾਰਾਂ ਨੂੰ ਵੀ ਆੜੀਆਂ ਲੋਈਆਂ ਲੈ ਕੇ ਹੁਣ ਮਰੇ ਜੇ, ਪਹਿਲਾਂ ਮਰਦੇ ਮੈਂ 3 ਸਿਆਲ ਹੋਰ ਨਹੀਂ ਸੀ ਮਰਨਾ, ਮੈਂ ਤੇ ਮਰਿਆ ਹੀ ਤਾਂ ਮੇਰੀ ਰਜਾਈ ਪਾਟੀ ਸੀ, ਮੈਨੂੰ ਤਾਂ ਠੰਡ ਲੱਗਦੀ ਸੀ। ਜਿਉਂਦੇ ਜੀ ਸੋਹਣੀ ਤਲਾਈ ਹੋਵੇ, ਸੋਹਣੀ ਮਗਰੋਂ ਪੰਡ ਬੰਨ ਕੇ ਬਿਸਤਰਾ ਇਦਾਂ ਐ ਪੂਰਾ, ਭਾਵੇਂ ਤੁਸੀਂ ਗੁਰਦੁਆਰੇ 15 ਬਿਸਤਰੇ ਚੜਾਓ, ਕੌਣ ਮਨਾ ਕਰਦਾ ਬਈ? ਪਰ ਜਿਹੜਾ ਮਗਰੋਂ ਚੜਾਇਆ ਜਾਂਦਾ ਨਾ, ਉਹ ਇੱਕ ਸੋਚ ਹੁੰਦੀ ਆ ਵੀ ਇਹ ਪਾਪਾ ਜੀ ਤੱਕ ਜਾਣਾ। ਤੇ ਮਗਰੋਂ ਫਿਰ ਅਰਦਾਸ ਪਤਾ ਕੀ, ਇਹ ਕੌਲੀ, ਇਹ ਚਮਚਾ, ਇਹ ਗਲਾਸ, ਇਹ ਥਾਲੀਆਂ ਪਾਪਾ ਜੀ ਦੀ ਵਿਛੜੀ ਰੂਹ ਨੂੰ ਪਹੁੰਚਾਇਓ। ਵਾਹ, ਇਹ ਕਿਆ ਤਮਾਸ਼ਾ ਬਣ ਗਿਆ ਜੀ। ਸਿੱਖੀ ਵਿਚਾਰ ਇਹ ਸੀ, ਬਣ ਲਿਖਿਆ ਜੇ ਮੁਹਾਕਾ ਘਰ ਮੋ ਹੈ, ਘਰ ਮੋ ਪਿਤਰੀ ਦੇ। ਅੱਗੇ ਬੋਲੋ।
पितरी चोर करे वड्डिए हथ दलाल के, मुशबी ए करे नानक अगे सो मिले, जे खट्टे घाले दे। जिउंदे जी मगरों काम ना करो। जीवत पितर ना माने को, मुए श्राद्ध कराही, पितर भी बपरे कहो क्यों पावे कौआ, मोको कुशल बतावो कोई। कहते घर के लोग खुशी लिया ना भी ये करांगे तो घर च खुशी रहू। अच्छा कई ना जिउंदे जी तो नहीं करते, मगरों रोटी पता क्यों खवाते, वो जे ना रोटी खवाई तो पापा कदे तंग ना करे रात नूं आण के। ताया अच्छा जिउंदे ताए तो डर नहीं आया, जिउंदे भापे तो डर नहीं आया, तो मरन तो बाद वो तो डरी जाते सी भी किते साडी संगी च गूठा ना देवे। जिउंदे जी सेवा करो, मरन तो बाद वाला ये पखंड करन दी लोड़ सानू ये सिੱਖੀ नहीं है, बिल्कुल नहीं है। आ जदों पुरानी चढ़ाई करदा, जो असीं मड़ियां नूं लैके जाने, कई इलाके च घड़ा पाਉਂਦੇ ने राह च, ਜਦੋਂ ਹੁਣ ਤਾਂ कई गागरां भनन लग पे हौली हौली। ये घड़ा भनन वाली जिहड़ी मर्यादा ये गरुड़ पुराण ग्रंथ दी आ, गुरु ग्रंथ साहब च ऐसा कुछ नहीं लिखिया। ये गरुड़ एक पंछी आ, विष्णु ते सवाल करदा। गरुड़ पुराण ग्रंथ है एक, जिहदा राइटर कोई नहीं। 16 ਉਹਦੇ ਅਧਿਆਏ ने मैं 4-5 ਵਾਰ पढ़िया, तो मैं पढ़ के एक चीज़ महसूस की। मैं क्या असी वो स्टूडेंट हाँ, सिर गुरु ग्रंथ साहब नूं टेकदे हां ते लैसन ते सबक साडे घर दे विच गरुड़ पुराण ग्रंथ दा चलदा। गुरु ग्रंथ साहब दी विचार ते साडे घर लागू हुंदे ही नहीं। आड़ा भांडा भरना पता उस की लिखिया। ਜਦੋਂ ਅਸੀਂ ਮੜੀਆਂ ਚੋਂ घर तो ਮੜੀਆਂ तक बंदे ਨੂੰ ਲੈ ਕੇ ਜਾਂਦੇ ਆ, ਉਹਨੂੰ ਅੱਧ ਵਾਟਾ ਕਹਿੰਦੇ ਵੀ ਅੱਧੇ ਥਾਂ ਤੇ ਜਾ ਕੇ ਡੈੱਡ ਬੋਡੀ ਨੂੰ ਜ਼ਮੀਨ ਤੇ ਰੱਖਦੇ ਆ। फिर परिवार का निकटवर्ती होंदा, जे पुत्र दी प्यो की डेथ हुई है तो पुत्र नूं वो भांडा फड़ाउणगे इदां, उहनूं की कहणगे पानी की धार ना टुटण दें, इदा पानी की धार ना टुटण दी। फिर सिर वाले बन्ने जां पैरां वाले बन्ने जाके जोर ना भांडा भनना है। पता काहदे लई? ये गरुड़ पंछी विष्णु ते सवाल करदा भी ये काहदे लई? कहंदा इस करके कि जोर ना भांडा भन्नांगे, जे इहदे विच रूह होई तो ये निकल जूगी, तो जे पानी की धार टुट गई, जिथों धार निकल गई इदा टुट गई, फिर उतों राह मिल जाना, रूह नूं बाहर निकलदा, तो रूह ने उतों फिर बाहर निकल जाना। तो उन्होंने फिर राह जाके वटाउंदे क्यों आ, पासा क्यों वटाउंदे, जिधर सिर उधर पैर करते, तो पैर उधर सिर करते, भी जे रूह निकले तो घर ना आण वड़े, उन्होंने भुलेखा पै जाए किसी होर ही बन्ने चली जाए। हुण दसो भला जिहड़ा बंदा दिल्ली कलकत्ते बंबे तो घूम के आ जाता, जे उन्हें भला अपनियां मड़ियां चों आउणा आ, मान लो जो ਉਹਦਾ दिल करे भी मैं आना, तुसीं रोक लोगे जो उन्होंने? अच्छा जेड़े माँ बापू नूं असीं कहने भी तेरे बिना मेरा जी लगता, हुण डर भी आउण लग पिया सानूं। जे इस हिसाब नाल लाइए तो साडे घरां चों माँ बाप किते भी नहीं गए। पुछो किवें भला? हुण मैं सवाल कर लगा, जिहड़ियां आपां कोठियां बनाईयां, ध्यान नाल सुणिओ, जिहड़ी इन्हां कोठियां नूं रेता लगी है कित्थों आउंदी भला? बोल के दस्सो। दरियावां चों, नहरां चों। ते जिहड़ा आपां बंदे दा संस्कार करके जिहड़ा अंगीठा संभालदे गल च पाउने आ। हुण गल को समझ आई? ਇਹਦਾ मतलब यह भी जिन्ने साडे बापू माता जो भी चढ़ाई की अज तक वो अपनियां छत्तां कंधां नाल लगे होए आ। फर्क यह भी पठानकोट वालियां दे गुरदासपुर लगे आ ते गुरदासपुर वालियां दे गांह गाड़ी जाके तरनतार लगे आ। समझ आ गई गल दी पै रहे हो? इदां ते अपना संसार चल रहा दुनिया। आप अक्सर तो दरियावां च ही पा के आउंदे आ, नदियां नालियां च ही पा के आउंदे आ ना, ते रेत कित्थों आउंदी आ? रेत फिर उत्थों आउंदी आ। भागां वालिओ इदां कदी भी कुछ नहीं हुंदा। ये रूहां रावां इहो जिहियां वहम साडे समाज विच पा के तांत्रिकां जोतशियां पांदियां ने अपनियां दुकानां चलाईयां होईयां ने। सानू गुरु साहब ने सीधा जिहा राह दस्सिया, जिउंदे जी अपने माँ बाप की सेवा करो, आ संसार ते रह के चंगे काम करन दी कोशिश करो, वहमां भरमां पखंडां विचों बाहर निकल के साफ सुथरा जीवन बतीत करो। जे तुसीं अपना अज वधिया बना लिया, जिन्होंने बाणी च लिखिया ये लोग सुखीए, धी नूं मां कहंदी पुੱਤ पेके घर 4 गल्लां गुण सिख ला, सहुरे घर वसना सौखा हो जू। बच्चियां नूं आपां की आने पुੱਤ पढ़ाई चंगी कर ला, आने वाले समय पढ़ाई तेरे काम आऊ। सेम इदां ही जिवें असीं बाकी सारियां गल्लां करदे हां, बाणी पढ़नी आ मैं अपना अज सवारन लई, आज मिलावा हुण शेख फरीद टाकम कुंजड़ियां मनो बचिंदड़ियां, आ मनुखा शरीर भई प्राप्त मानुख दे हुरिया, गोबिंद मिलन की
ਇਹ ਤੇਰੀ ਬਰੀਆ ਹੋਣ वर्तमान च जिंदगी जीनी सीखनी है। तो पातशाह सानू इदां सिखाउंदे आ जिंदगी जीण दा तरीका। कहंदे मर मर जाते जिन राम ना जानिया, जिन्हां राम नूं नहीं जानिया मरदे ते भाई वो भी आ, वो किसी होर मौते मरी जाते आ। तो फिर इहदे नालों चंगा नहीं मैं मौत वो मरां जिहड़ी मौत दा स्वाद आवे। वो किहड़ी सी? कबीर जिस मरने ते जग डरे, सारा जग तो डरी जाता इस मौत तो, लालच वालों नहीं मरना चाहता। मेरे मन आनंद, मैनू तो चाह चढ़िया पिया, मेरे तो मन च आनंद वा कि मैं लालच वालों, बुरिया कामां वालों, बुरिया ख्यालों वालों मरना चाहना। कबीर जिस मरने ते जग डरे, मेरे मन आनंद मरने ही ते पाई है। जदों तक मैं बुरिया कामां वालों नहीं मरदा उदों तक मैनू आनंद नहीं आएगा। मरने ही ते पाई है। हुण जिवें नशेड़ी बंदा, वकारी बंदा वकारां वाले बन्ने मरूगा तां ही उहदा घर वसूगा, तां ही मां नूं पुत्त मिलूगा, तां ही पत्नी नूं पति मिलेगा, तां ही बच्चिआं नूं बाप मिलेगा। जे वो कहे कि उधर भी तुरिया फिरां इधर भी तुरिया फिरां, ये दोवें काम भाई तेरे कोलों नहीं होने, अध च रह जाएगा। मरने ही ते पाई है पूर्ण परमानंद, पूर्ण मुकम्मल परमानंद प्राप्त हो जाएगा। इस करके मरनो मरना कहे सब कोई, सारी दुनिया मौत मौत कही जाती है, सारी दुनिया हाय मौत हाय मौत हाय मौत, पर किसी नूं असली मौत ना मरना आया। मरनो मरना मरनो मरन कहे सब कोई, सहजे मरै, जिहड़ा सहज विच टेके बुरिया कामां वालों मर गया। अमर होए सोई, ओहो ही अमर होया, उन्हें अपना जीवन जीना सीख लिया जिन्हें सच की विचार नाल अपनी सांझ पा ली। कहो कबीर मन भया आनंदा, हे कबीर आख मन विच आनंद प्राप्त हो गया। कहो कबीर मन भया आनंदा, गया भरम, हुणे भरम चला गया ते पिछे की रह गया, रहया परमानंदा, पिछे परमानंद ही रह गया, बस उस मार्ग का मिलाप ही रह गया, भरम जीवन चों मुक गया। कदों? जदों मैनू असली मौत मरन की जाच आ गई। आओ माता विद्या कौर दे इस अंतम अरदास के संबंध में रखे हुए समागम में एक सिक्ख्या लैके जाइए कि सानू जिउंदे जी बुरिया कामां वालों मरन की जाच आ जाए। तो मैं जिउंदे जी अरदास करा, महाराज मैनू टेढ़ियां मेढ़ियां विंगियां तड़गियां जूना तो जिउंदे जी बचाओ जिहड़ियां मैं हुण भोग रहा। कदी मैं पराया रूप तकन की जून भोग रहा, कदी मैं गलत सुनन की जून भोग रहा, कदी मैं गलत रस्ते तुरन की जून भोग रहा। इन्हां सारियां जूनां चों मैनूं बाहर कड्डो ते मैं जिंदगी नूं स्वर्ग बनाउणा चाहुंदा, बैकुंठ बनाउणा चाहुंदा। आओ गुरु बख्शिश करे, गुरु साहिब जी का पावन उपदेश साडी जिंदगी का आधार बने। वहमा भरमा पखंडा कर्म कांडां नूं अपनी जिंदगी चों बाहर कढ के गुरु की प्यारी विचार नूं अपनी जिंदगी विच धारण करिए। यह गुरु साहिब जी का साडी जिंदगी वास्ते सोहना उपदेश है। सच्चे मार्ग चलदियां उस्तत करे जहान। जदों असीं अपनी जिंदगी विच सच का मार्ग अपनावांगे समाज शोभा करेगा, चंगा करेगा। कबीर ये तन जाएगा, भगत कबीर जी कहते तन ने चला जाना, इनू जिन्ना मर्जी रोक ला इन्हें रहना नहीं। कबीर ये तन जाएगा कमने मार्ग लाए, इस शरीर ने चला जाना, इनू किसी चंगे काम ते ला ला। कबीर ये तन जाएगा सकू तन हो बहोर हैगी ताकत रोक के विखाओ। नांगे पांवों पे गए। कई बारी ना बंदे कोल पैसा नहीं हुंदा ते इलाज कराउंदा है, मरीज चढ़ाई कर जाता है, उन्होंने सारी जिंदगी एक अफसोस रहिंदा साडे कोल भी पैसा हुंदा, असीं भी किते कनेडा अमेरिका बाहरली कंट्री च इलाज कराउण जांदे, किसी वड्डे हॉस्पिटल जांदे, साडा भी पुੱਤ बच जांदा, साडा भी व्यक्ति साडे कोलों ना जांदा, साडे कोल भी चार छिल्लड़ हुंदे।
पर भगत कबीर जी कहते प्यारिओ फिर जिन्हां कोल बहुत पैसा उन्हां दे घर ते कदी मौत आवे ही ना। डॉक्टर भी किसी हद तक बंदे नूं बचाउंदा, फिर तो डॉक्टरां दे घरां च कदी मृत्यु होवे ही ना। हुण ते शब्द है कबीर ए तन जाएगा सको, एक क्वेश्चन मार के लियो बोल हैगी ताकत ना रोक के विखाओ। नांगे पामू ते गए, हुण नंगे पैर शब्द पता क्यों वरत्या? अज तक कोई बंदे की डेथ होंदी किसी नूं बूट पा के संस्कार करते वेख्या? अजे कपड़ा गल पा देने आपां, बूट भावें बंदे ने 10,000 के घर लिया के रखे होना रात ही, कपड़ा कई बार काम पा देने आपां भी चल कपड़े लैके आया सी गल पा दिओ भी इन्हें बड़िया रीझां नाल कमीज पजामा सवाया सी, पर पैर नंगे। हुण बड़ा तगड़ा संकेत है, कहंदे नांगे पावों ते गए। ਜਿਹੜਾ ਕਹਿੰਦਾ ਸੀ मैं 2-2 ਲੱਖ ਦੇ ਸ਼ੂ ਪਾਉਣਾ ਜਾਣਾ ਨੰਗੇ ਪੈਰੀ ਨਾਲ ਨਹੀਂ ਜਾਣਾ। ਸ਼ਬਦ ਕਿੱਡਾ ਪਿਆਰਾ, ਕਹਿੰਦੇ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ, ਜਿਨ੍ਹਾਂ ਦੇ ਲੱਖਾਂ ਤੇ ਕਰੋੜਾਂ ਬੈਂਕਾਂ 'ਚ ਹੱਸਦੇ ਸੀ ਨਾ ਉਹ ਵੀ ਇਦਾਂ ਗਏ। ਅੱਛਾ ਇਹ 'ਚੋਂ ਸਿੱਖਿਆ ਕੀ ਮਿਲੀ? ਜੇ ਜਾਣਾ ਸਾਰਿਆਂ ਨੇ ਕਰੀਏ ਕੀ? ਕਹਿੰਦੇ ਇੱਕ ਕੰਮ ਕਰ ਲਓ। ਫਿਰ ਅਗਲਾ ਸ਼ਲੋਕ ਉਹਦਾ ਜਵਾਬ ਹੈ, ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ। शरीर चला जाना पर शरीर द्वारा किया काम कदी नहीं जाता। मैंने एक स्कूल टीचर है, उन्हें जो किसी बच्चे को बड़ी मेहनत ना पढ़ाया तो ईमानदारी ना पढ़ाया, प्रिंसीपल दुनिया ते नहीं रहा पर वो पढ़ाए बच्चे विचों दी एजुकेशन बोलती, शरीर नहीं रहा प्रिंसीपल का। भगत पूर्ण सिंह शरीरक तौर पर नहीं, पर जी संस्थावां खोल गया मरीजों को सामभण दी, वो राही भगत पूर्ण सिंह सारी दुनिया में रहणगे, सदा रहणगे। बाबा फतेह सिंह 7 साल शरीरक तौर पर इस संसार से रहे, पर जो जीवन जीव के गए ने ਜਦੋਂ तक कयानात रहेगी बाबा फतेह सिंह का दुनिया ते नाम चमकदा रहेगा। गल यह आ कि तुसीं इस शरीर राही कीता की आ, चंगे काम भी रहने आ माड़े भी रहने आ। मैं चंगियां च नाम लिखाउणा कि माड़ियां च लिखाउणा ये मर्जी मेरी अपनी। कबीर ए तन जाएगा कवने मार्ग लाए, कह संगत कर साधकी कह हर कह गुणा। आओ गुरु बख्शिश करे। माता जी बहुत सोहनी उम्र भोग के गए। मैं आउंदियां जदों पढ़िया भी 35 तो लैके 22 तक 87 साल एज कोई घट नहीं हुंदी। अजकल तो मेरे ख्याल 40-50 तो बाद ही हौली हौली बंदा तुरना शुरू करता है। पुरानियां मेहनतां कीतियां खुराकां दसदे अपने नाना जी 119 साल की एज भोग के इस दुनिया तो गए ने, 1.5 साल पहला। तो ये पता लगता भी उन्होंने पुराने बजुर्गों ने जिंदगी में बड़े उतराव चढ़ाव भी वेखे, दुख सुख भी। ये आने वाला समा तो आप वेख ही रहे हैं भी जो एक जिंदगी खुश रहना सीखो, चंगा सोचो, क्योंकि ये फैक्ट्री है साढ़े को। चंगा सोचोगे चंगा होएगा। अज प्रॉब्लम है नेगेटिविटी जी, डिप्रैशन। तुहाडे कोई डॉक्टर वीर बैठा हो, मेरी मैडिकल लाइन नहीं है, मैं गुरु ग्रंथ साहिब के बिहाव से गल कर रहा। डिप्रैशन कोई बीमारी नहीं है, असी सोच सोच के कोई नवी बीमारी को जन्म दे देता। तुम चंगा सोचो चंगा होएगा, जो माड़ा सोच लिया तो फिर तुहाडा मन जिहड़ा ना चेतन मन वो फिर तुहानूं उदां दा बना दिंदा है। चंगा सोचो, तां ही बाणी च आखिया सी हमेशा चढ़दी कला च रहो, जो मंदिर को थामे थमण त्यों गुर का शब्द मने अस्तमन। गुरु बख्शिश करे। एक तां जदों मैं इदां दे बजुर्ग जांदे वेखना ना, मैनूं एक चीज़ का हमेशा एहसास हुंदा। सरदार करम सिंह स्टोरीअन की गल मैं हर स्टेज पर सुनाउणा। वो कहते मेरी जिंदगी जदों कोई 20-25 साल का 30 साल का कोई व्यक्ति दुनिया तो जाता सी, दुख तो मैनूं उहदा भी हुंदा सी, पर जदों मेरे सामने कोई 80-90 साल 100 साल का व्यक्ति दुनिया जाता सी, उहदा दुख मैनूं ज़्यादा हुंदा सी। तो किसी ने पूछा सरदार करम सिंह क्यों तुहानूं दुख होया वड्डे बजुर्ग का? कहंदे इस करके कि जे वो 50 साल 100 साल 90 का गया ना, वो कल्ला थोड़ा गया, उन्हें नाल 100 साल का तजर्बा भी खड़िया जिहड़ा मेरे कोल रह गया। मैं उहदे कोल बड़ियां गल्लां पुछणियां सी। अज बहुतियां उनके घरां 'च बजुर्गों का पता ही नहीं हैगा भी साडे बजुर्गों को की आ। जिहड़ियां गल्लां किताबां 'चों नहीं मिलणीआं तुहाडे घर बैठे बजुर्ग ने तुहानूं दस देणीआं। पर सानूं ना जदों सारा कुछ गवाच जांदा फिर चेते आउंदे आ। जिउंदे जी किहड़ा लगदा इहदे मंजे ते पिया वा, इह ते बैड ते लम्मे पई आ। पर जिदन सारे टब्बर नूं उहदे जाण तो बाद घर नूं ताला ला के जाना पैंदा, उस दिन चीकां निकलदियां ओए अज बैड खाली हो गया। कम से कम घर कोई हैगा ते सी ना। तो मैं हर स्टेज ते बजुर्गों की एक गल अक्सर करदा हुंदा, ना बिरध आश्रमां च रुलना, घरां नूं स्वर्ग बना लो।
ਇਹ ਤੋਂ ਵੱਡਾ ਸਵਰਗ ਕੋਈ ਨਹੀਂ। ਇੱਕ ਗਵਾਂਢਣ ਨੂੰ ਕਹਿੰਦੀ ਭੈਣੇ ਗੁਰਦੁਆਰੇ ਚੱਲੀਏ ਮੱਥਾ ਟੇਕਣ। ਆਂਦੀ ਨਹੀਂ ਮੇਰੀ ਸੱਸ ਠੀਕ ਨਹੀਂ, ਮੈਂ ਉਹਨੂੰ ਸਬਜ਼ੀ ਬਣਾ ਕੇ ਰੋਟੀ ਬਣਾ ਕੇ ਦਲੀਆ ਬਣਾ ਕੇ ਖਵਾਉਣਾ, ਮੇਰੀ ਜੇ ਸੱਸ ਠੀਕ ਨਹੀਂ ਮੇਰੇ ਵਾਸਤੇ ਇਹੋ ਹੀ ਗੁਰਦੁਆਰਾ ਹੈ। ਇਹ ਕਹਿੰਦੀ ਮੈਂ ਤੇ ਯਾਤਰਾ ਕਰਨ ਚੱਲੀ ਹਾਂ, ਸੱਸ ਉਹਦੀ ਵੀ ਬਿਮਾਰ ਸੀ। ਤੁਹਾਡਾ ਘਰੇ ਗੁਰਦੁਆਰਾ ਹੈ, ਜੇ ਤੁਹਾਡੇ ਘਰ ਬਜ਼ੁਰਗ ਲੋੜਵੰਦ ਤੁਹਾਡੀ ਸੇਵਾ ਦੀ ਲੋੜ ਆ ਵੀ ਮੇਰੀ ਧੀ ਮੇਰੇ ਕੋਲ ਚਾਹੀਦੀ ਹੈ। ਅੱਜ ਅਸੀਂ ਮਾਰਦੇ ਹਾਂ ਛਾਲ ਤੇ ਟਰਾਲੇ 'ਚ ਬਹਿ ਕੇ, ਟਰੱਕ ਤੇ ਬਹਿ ਕੇ, ਬੱਸ 'ਚ ਬਹਿ ਕੇ ਡੇਰਿਆਂ ਨੂੰ ਤੁਰ ਪੈਂਦੇ ਹਾਂ, ਘਰ 'ਚ ਬਜ਼ੁਰਗ ਰੁਲਦੇ ਪਏ ਹੁੰਦੇ ਨੇ। ਘਰਾਂ ਨੂੰ ਸਾਂਭ ਲਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਸਾਰਿਆਂ ਦਾ ਧੰਨਵਾਦ। ਜਿੰਨੇ ਵੀ ਤੁਸੀਂ ਰਿਸ਼ਤੇਦਾਰ ਸਾਖ ਸੰਬੰਧੀ ਦੂਰਾਂ ਨੇੜਿਆਂ ਤੋਂ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ, ਸਹਿਜ ਪਾਠ ਮੇਰੀਓ ਭੈਣੋ ਮੇਰੇ ਵੀਰੋ, ਭਾਵੇਂ ਇੱਕ ਅੰਕ ਰੋਜ਼ ਪੜੋ, ਅੱਧਾ ਪੜੋ, ਸਹਿਜ ਪਾਠ ਆਪ ਸਤਿਗੁਰ ਦੀ ਬਾਣੀ ਦਾ ਕਰੋ, ਆਪ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ। ਅੱਗੇ ਸਵਰਗ ਆ ਜੀ, ਅੱਗੇ ਨਰਕ ਆ। ਇਹ ਕਿਹਨੇ ਵੇਖਿਆ? ਨਾ ਕੋਈ ਮਰ ਗਿਆ ਬੰਦਾ ਇੱਥੇ ਦੱਸਣ ਆਇਆ। ਮੈਂ ਕਲਕੱਤੇ ਗਿਆ, ਮੈਨੂੰ ਇੱਕ ਵੀਰ ਆਂਦਾ ਜੀ ਮਰਨ ਤੋਂ ਬਾਅਦ ਕੀ ਹੁੰਦਾ? ਮੈਂ ਕਿਹਾ ਮੈਂ ਕਿਹੜਾ ਜੀ ਮਰਿਆ ਹਾਂ ਵੀ ਜੇ ਮੈਂ ਮਰ ਜੂੰਗਾ ਮੈਂ ਵਾਪਸ ਆ ਗਿਆ ਤੈਨੂੰ ਸਭ ਤੋਂ ਪਹਿਲਾਂ ਦੱਸ ਕੇ ਜਾਊਂ, ਮੈਨੂੰ ਆਪਣਾ ਫੋਨ ਨੰਬਰ ਦੇ ਦੇ। ਮੈਂ ਕਿਹਾ ਪੁੱਠੇ ਸਵਾਲ ਕਰਨੇ ਬੰਦ ਕਰ ਦੋ। ਬੰਦਾ ਮਰਦਾ ਉਹਨੂੰ ਤੁਸੀਂ ਲੱਕੜਾਂ ਤੇ ਰੱਖ ਕੇ ਸਾੜ ਆਉਂਦੇ ਜੇ, ਮੁੜ ਕੇ ਉਹਨੂੰ ਦਰਿਆਏ ਰੋੜ ਆਉਂਦੇ ਜੇ। ਇੱਥੋਂ ਦੇ ਲੋਕਾਂ ਨੂੰ ਦੱਸਣ ਕੌਣ ਆਇਆ ਵੀ ਅੱਗੇ ਤੇਲ ਦੇ ਕੜਾਏ ਤਪਦੇ ਆ? ਉਹ ਇੱਕ ਨਰਕ ਤੇ ਸਵਰਗ ਇੱਥੋਂ ਦੇ ਉਹਨਾਂ ਲੋਕਾਂ ਅਖੌਤੀ ਧਾਰਮਿਕ ਲੋਕਾਂ ਵੱਲੋਂ ਘੜੇ ਹੋਏ ਸੀ। ਪਤਾ ਕਿੱਦਾਂ? ਜਿਹੜੇ ਯੂਰਪ ਦੇਸ਼ ਵਾ, ਜਿਹੜੇ ਠੰਡੇ ਮੁਲਕ ਵਾ, ਉਹਨਾਂ ਦਾ ਨਰਕ ਠੰਡਾ ਵਾ। ਪਤਾ ਤੁਹਾਨੂੰ? ਕਿਉਂਕਿ ਉਹਨਾਂ ਨੂੰ ਪਤਾ ਇੱਥੇ ਲੋਕ ਸਲੋ ਢੋ ਪਹਿਲਾਂ ਮਰੇ ਪਏ, ਇਹਨਾਂ ਨੂੰ ਹੋਰ ਡਰਾਓ ਵੀ ਜੇ ਚੰਗੇ ਕੰਮ ਨਾ ਕੀਤੇ ਅੱਗੇ ਠੰਡਾ ਨਰਕ ਵਾ। ਤੇ ਇੱਥੋਂ ਦੇ ਲੋਕ ਆਪਾਂ ਮਰੇ ਪਏ ਗਰਮੀ ਨਾਲ, ਆਪਣੇ 2 ਮਹੀਨੇ ਠੰਡ ਪੈਂਦੀ ਆ, ਹੁਣ ਹੀ ਪੈਣ ਲੱਗੀ, ਪਹਿਲਾਂ ਤੇ ਆਪਾਂ ਉਦਾਂ ਹੀ ਰਹੇ ਆ। ਤੇ ਆ ਦਸੰਬਰ ਤੇ ਜਨਵਰੀ ਠੰਡ ਪਈ, ਅੱਗੇ ਜੋ ਫਰਵਰੀ ਤੋਂ ਸ਼ੁਰੂ ਹੋਣਾ ਕੰਮ ਆਪਣਾ, ਫਿਰ ਨਵੰਬਰ ਤੱਕ ਇਦਾਂ ਚੱਲਣਾ। ਕੂਲਰ ਪੱਖੇ ਤੱਤੀਆਂ ਲੋਆਂ, ਇੱਥੇ ਆਪਾਂ ਅੱਗ ਤੋਂ ਡਰੇ ਪਏ ਆ, ਗਰਮੀ ਤੋਂ। ਸਾਨੂੰ ਕੀ ਡਰਾਉਂਦੇ ਆ? ਅੱਗੇ ਤੇਲ ਦੇ ਕੜਾਏ ਤਪਦੇ ਹੀ, ਤੈਨੂੰ ਲੱਤੋਂ ਫੜ ਕੇ ਅੱਗ 'ਚ ਸੁੱਟਣਾ ਹੀ। ਅੱਛਾ ਆਪਾਂ ਨਰਕ ਬਦਲ ਦਈਏ, ਬਾਹਰਲੇ ਦੇਸ਼ਾਂ ਦਾ ਨਰਕ ਆਪਾਂ ਨੂੰ ਮਿਲ ਜੇ ਤੇ ਆਪਣੇ ਦਿਲ ਦਾ ਨਰਕ ਉਹਨਾਂ ਨੂੰ ਮਿਲ ਜੇ, ਫਿਰ ਆਪਾਂ ਸਾਰਿਆਂ ਪਤਾ ਕਹਿਣਾ, ਮੈਨੂੰ ਰੱਬ ਨੇ ਪੁੱਛਣਾ ਕਿੱਥੇ ਜਾਣਾ? ਮੈਂ ਕਹਿਣਾ ਜੀ ਨਰਕ 'ਚ ਘੱਲੋ, ਠੰਡੇ ਥਾਂ ਤੇ। ਇੱਥੇ ਤੇ ਬੱਤੀ ਨਹੀਂ ਆਉਂਦੀ, ਬਰਫ਼ ਨਹੀਂ ਜਮਾਉਂਦੀ ਫਰਿੱਜ। ਜੇ ਨਰਕ ਬਦਲ ਜਾਣ ਤੇ, ਜੇ ਰੱਬ ਇੱਕੋ ਆ ਤੇ ਫਿਰ ਨਰਕ ਸਵਰਗ ਵੱਖਰੇ ਵੱਖਰੇ ਕਿੱਦਾਂ ਨੇ? ਗੱਲ ਕੀ ਆ? ਅਸੀਂ ਪੜ੍ਹਿਆ ਨਹੀਂ ਆਪ, ਅਸੀਂ ਵਿਚਾਰਿਆ ਨਹੀਂ ਆਪ। ਜੇ ਤੁਹਾਡਾ ਬੱਚਾ ਇਸੇ ਦੁਨੀਆ ਤੇ ਇਸੇ ਜਨਮ 'ਚ ਪੜਦਾ, ਉਹਨੂੰ ਕਦੀ ਇਹ ਕਿਹਾ ਪੁੱਤ ਪੜ੍ਹ, ਜੱਜ ਅਗਲੇ ਜਨਮ 'ਚ ਬਣੇਗਾ? ਕੋਈ IPS ਬਣਦਾ, ਕਦੀ ਕਿਹਾ ਪੁੱਤ ਸਟੱਡੀ ਐਸ, ਤੂੰ ਇੱਥੇ ਜਾ ਗਰਾਊਂਡ ਵਿੱਚ ਤੇ ਖਿਡਾਰੀ ਅਗਲੇ ਜਨਮ 'ਚ ਬਣੇਗਾ? ਕਦੀ ਕਿਸੇ ਧੀ ਪੁੱਤ ਨੂੰ ਕਿਹਾ ਤੁਸੀਂ? ਉਹਨੂੰ ਪਤਾ ਵੀ ਜੇ ਇੱਥੇ ਖੇਡਿਆ ਇੱਥੇ ਨਾ ਮਿਲਣਾ। ਪਰ ਜੋ ਧਰਮ ਦੀ ਦੁਨੀਆ, ਤੂੰ ਪਾਠ ਕਰ ਲਾ, ਅੱਗਾ ਸਵਾਰ ਲਾ। ਇੱਥੇ ਨਰਕ ਭੋਗ ਰਹੇ ਆ ਤੇ ਅੱਗਾ ਕਿਹੜਾ ਸਵਾਰ ਲਾ ਬਈ? ਇੱਥੇ ਸਵਾਰਨਾ, ਮੈਂ ਘਰ ਸਵਾਰਨਾ ਵਾ, ਮਾਂ ਨਾਲ ਬੋਲਣਾ ਸਿੱਖਣਾ ਵਾ, ਪਤਨੀ ਨਾਲ ਮੈਨੂੰ ਚੰਗੀ ਤਰ੍ਹਾਂ ਤਮੀਜ਼ ਹੋਵੇ ਬੋਲਣ ਦੀ, ਪਤੀ ਨਾਲ ਬੋਲਣ ਦੀ ਤਮੀਜ਼ ਹੋਵੇ, ਸਲੀਕਾ ਹੋਵੇ। ਮਾਂ ਨਾਲ ਕਿੱਦਾਂ ਬੋਲਣਾ, ਸਹੁਰੇ ਨਾਲ ਕਿੱਦਾਂ ਬੋਲਣਾ, ਦੇਰਾਂ ਜੇਠਾਂ ਨਾਲ ਕਿੱਦਾਂ ਬੋਲਣਾ, ਭਰਾਵਾਂ ਨਾਲ ਕਿੱਦਾਂ ਬੋਲਣਾ, ਸਮਾਜ 'ਚ ਕਿੱਦਾਂ ਬੋਲਣਾ, ਮੈਂ ਇਹ ਸਿੱਖਣਾ ਵਾ। ਇਹ ਹਲੀਮੀ ਮੇਰੇ ਜੀਵਨ 'ਚ ਆਉਣੀ ਚਾਹੀਦੀ ਆ, ਇਹ ਗੁਣ ਜ਼ਿੰਦਗੀ 'ਚ ਆਉਣੀ ਚਾਹੀਦੀ ਆ। ਫੇਰ ਪਤਾ ਲੱਗੇ ਜਿਹੜੀ ਮੈਂ ਗੱਲ ਆਰੰਭ 'ਚ ਕਹੀ ਸੀ, ਜਿਮ ਜਾਣ ਵਾਲੇ ਬੰਦੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਮੈਂ ਜਿਮ ਜਾਣਾ। ਹੁਣ ਤੁਸੀਂ ਹੱਥ ਮਿਲਾਓ, ਉਹਦੇ ਹੱਥ ਦੀ ਪਕੜ ਦੱਸਦੀ ਵੀ ਬੰਦਾ ਰੋਜ਼ ਘੰਟਾ 1.5 ਘੰਟਾ ਲਾ ਕੇ ਆਉਂਦਾ। ਗਾਂਹ ਹੋ ਕੇ ਉਹਨੂੰ ਜੱਫੀ ਪਾਓ ਤੇ ਉਹਦੀ ਬੋਡੀ ਦੱਸਦੀ ਵੀ ਕਿੰਨੀ ਹਾਰਡ ਹੈ। ਪਾਠ ਕਰਨ ਵਾਲੇ ਨੂੰ ਦੱਸਣਾ ਪੈਂਦਾ ਮੈਂ 4 ਪਾਠ ਰੋਜ਼ ਕਰਦਾ, ਉਹਦਾ ਪਾਠ ਹੀ ਕਰਦਾ, ਬੋਲਣ ਦਾ ਇਹਨੂੰ ਪਤਾ ਕੱਖ ਨਹੀਂ ਹੈਗਾ, ਨਾ ਇਹਦੀ ਠੱਗੀ ਛੱਡਦਾ ਨਾ ਬੇਈਮਾਨੀ ਛੱਡਦਾ। ਜਿੱਦਣ ਮੇਰੀ ਬਾਣੀ ਮੇਰਾ ਮਨ ਪੜ੍ਹਨ ਲੱਗ ਪਿਆ ਨਾ, ਉਦੋਂ ਮੇਰਾ ਵਿਹਾਰ ਸਹੀ ਹੋਏਗਾ। ਉਸ ਤੋਂ ਮਨ ਮੈਂ ਉੱਥੇ ਪੈਟਰੋਲ ਪੰਪ ਤੇ ਤੇਲ ਪਵਾਈਏ, 2000 ਦਾ ਅਗਲੇ ਤੇਲ ਪਾ ਦੇਣ ਤੇ ਪੈਸੇ ਲੈਣ ਦਾ ਭੁੱਲ ਜੇ ਚੇਤਾ, ਤੇ ਬੰਦਾ ਘਰ ਆ ਜਾਂਦਾ। ਸੁਣਿਓ ਧਿਆਨ ਨਾਲ, ਹੁਣ 2 ਕਿਸਮ ਦੇ ਬੰਦੇ ਆ। ਇੱਕ ਆਣ ਕੇ ਦੱਸਿਆ ਉਹਨੂੰ, ਲੈ ਆਣ ਕੇ ਘਰ 'ਚ ਉਹ ਬੱਚਿਓ ਉਹ ਤੇਲ ਪਾ ਲਿਆ ਯਾਰ, ਪੈਸੇ ਦੇਣ ਦਾ ਚੇਤਾ ਭੁੱਲ ਗਿਆ। ਉਹਨੇ ਨਾਲ ਹੀ ਪੁੱਤ ਨੂੰ ਬਿਠਾਇਆ ਗੱਡੀ 'ਚ, ਵਾਪਸ ਗਿਆ, ਆਂਦਾ ਜੀ ਤੁਹਾਡੇ ਪੈਸੇ ਰਹਿ ਗਏ ਆ, ਤੁਸੀਂ ਤੇਲ ਪਾਤਾ, ਆਪਾਂ ਰਸ ਜ਼ਿਆਦਾ ਸੀ, ਪੈਸੇ ਨਹੀਂ ਮੈਂ ਤੁਹਾਨੂੰ ਦੇ ਸਕਿਆ। ਤੁਹਾਡੇ ਬੱਚੇ ਦੇ ਦਿਮਾਗ 'ਚ ਇੱਕ ਪਿਕਚਰ ਬਣ ਗਈ ਕਿ ਮੇਰਾ ਡੈਡਾ ਹੀ ਬੇਈਮਾਨੀ ਨਹੀਂ ਕਰਦਾ। ਜੇ ਉਹ ਘਰ ਵੀ ਆ ਗਿਆ ਸੀ ਤੇ ਫਿਰ ਦੁਬਾਰਾ ਪੈਟਰੋਲ ਪੰਪ ਵਾਲੇ ਨੂੰ ਪੈਸੇ ਦੇਣ ਗਿਆ ਘਰੋਂ। ਇੱਕ ਦੂਜਾ ਵਿਅਕਤੀ ਆ ਜਿਹੜਾ ਤੇਲ ਤੇ ਪਵਾਇਆ ਤੇ ਘਰ ਆਣ ਕਹਿੰਦਾ ਬੱਚਿਓ ਰਸ਼ ਬੜਾ ਸੀ, ਉਹਨੂੰ ਪੈਸੇ ਲੈਣ ਦਾ ਚੇਤਾ ਭੁੱਲ ਗਿਆ ਤੇ ਮੈਂ ਪੈਸੇ ਦੇ ਕੇ ਨਹੀਂ ਆਇਆ। ਖੁਸ਼ ਵਾ,
ਹੁਣ ਇਸ ਬੰਦੇ ਨੇ ਆਪਣੇ ਬੱਚਿਆਂ ਦੇ ਦਿਮਾਗ 'ਚ ਜ਼ਹਿਰ ਬੀਜਤਾ, ਇੱਕ ਮੈਸੇਜ ਦੇਤਾ ਕਿ ਬੇਈਮਾਨੀ ਕਰ ਲੈਣੀ, ਉੱਚੀ ਬੋਲਿਓ। ਹੁਣ ਇਹੋ ਜਿਹਾ ਬੰਦਾ 3 ਪਾਠ ਵੀ ਰੋਜ਼ ਕਰੀ ਜਾਵੇ ਨਾ, ਤੇਰੇ ਮਰਨ ਤੋਂ ਬਾਅਦ ਤੇਰੇ ਬੱਚੇ ਨੇ ਉਹ ਤਬਾਹੀ ਮਚਾਉਣੀ ਆ। ਤੂੰ ਤੇ 2000 ਲਿਆਇਆ ਨਾ, ਪੈਟਰੋਲ ਪੰਪ ਖੱਗ ਕੇ ਲੈ ਆਉਣਾ ਤੇਰੇ ਮਗਰੋਂ। ATM ਭੰਨਣਗੇ, ਚੋਰੀਆਂ ਕਰਨਗੇ, ਚੰਗਾ ਬੀਜ ਬੀਜੋ। ਜੇ 7 ਸਾਲ ਦੇ ਬਾਬਾ ਫਤਿਹ ਸਿੰਘ ਨੀਹਾਂ 'ਚ ਖਲੋਣ ਵਕਤ ਸੋਹਣੇ ਸਵਾਲਾਂ ਦੇ ਜਵਾਬ ਦਿੰਦੇ ਨੇ, ਇਹ ਸੋਚ ਕੇ ਦੇਖੋ ਕਿਹੜੇ ਵਿਦਿਅਕ ਢਾਂਚੇ 'ਚੋਂ ਸਿੱਖਿਆ ਲੈ ਕੇ ਆਏ ਆ, ਉਹਨਾਂ ਦੇ ਉਸਤਾਦ ਕੌਣ ਸੀ। ਅੱਜ ਇੱਥੇ ਫੇਲ ਹੋ ਗਏ ਅਸੀਂ। ਆਓ ਚੰਗੇ ਸੰਸਕਾਰ, ਚੰਗੀ ਸਿੱਖਿਆ ਆਪਣੇ ਪੁੱਤਰਾਂ ਧੀਆਂ ਨੂੰ ਦੇ ਕੇ ਉਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕਰੀਏ। ਸਾਰਿਆਂ ਦਾ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ